ਸਤਨਾਮ ਸ੍ਰੀ ਵਾਹਿਗੁਰੂ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਸੁਨਹੁ ਬੇਨੰਤੀ ਠਾਕੁਰ ਮੇਰੇ, ਜੀਉ ਜੰਤ ਤੇਰੇ ਧਾਰੇ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਣ ਹਾਰੇ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਵਾਹਿਗੁਰੂ ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ। ਵਾਹਿਗੁਰੂ ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ। ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ। ਵਾਹਿਗੁਰੂ ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ। ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ। ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ। ਹਮਰੀ ਗਣਤ ਨ ਗਣਿਆ ਕਾਏ, ਹਮਰੀ ਗਣਤ ਨ ਗਣਿਆ ਕਾਏ। ਗਣਤ ਨ ਗਣਿਆ ਗਾਈ, ਹਮਰੀ ਗਣਤ ਨ ਗਣਿਆ ਗਾਈ। ਗਣਤ ਨ ਗਣਿਆ ਕਾਏ, ਹਮਰੀ ਗਣਤ ਨ ਗਣਿਆ ਗਾਈ। ਗਣਤ ਨ ਗਣਿਆ ਕਾਈ, ਆਪਣੀ ਗਣਤ ਨ ਗਣਿਆ ਕਾਈ। ਹਮਰੀ ਗਣਤ ਨ ਗਣਿਆ ਕਾਈ, ਹਮਰੀ ਗਣਤ ਨ ਗਣਿਆ ਕਾਈ। ਗਣਤ ਨ ਗਣਿਆ ਗਾਈ, ਹਮਰੀ ਗਣਤ ਨ ਗਣਿਆ ਗਾਈ। ਹਮਰੀ ਗਣਤ ਨ ਗਣਿਆ ਗਾਈ, ਹਮਰੀ ਗਣਤ ਨ ਗਣਿਆ ਗਾਈ। ਗਣਤ ਨ ਗਣਿਆ ਕਾਈ, ਹਮਰੀ ਗਣਤ ਨ ਗਣਿਆ ਕਾਈ। ਗਣਤ ਨ ਗਣਿਆ ਕਾਈ, ਗਣਤ ਨ ਗਣਿਆ ਗਾਈ। ਗਣਤ ਨ ਗਣਿਆ ਗਾਈ, ਹਮਰੀ ਗਣਤ ਨ ਗਣਿਆ ਗਾਈ। ਗਣਤ ਨ ਗਣਿਆ ਗਾਈ, ਹਮਰੀ ਗਣਤ ਨ ਗਣਿਆ ਗਾਈ। ਵਾਹਿਗੁਰੂ ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ। ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ।
ਬਿਰਦ ਪਛਾਣੋ ਆਪਣਾ ਪਿਆਰੇ ਜੀ ਬਿਰਦ ਪਛਾਣੋ ਆਪਣਾ हमरे गणत न गणिया काई अपना विरद पछाण हाथ दे राखे कर अपने सदा सदा रंग मान साचा साहेब साध मेहरबान बंद पाया मेरा सतगुर पूरै होई सर्व कल्याण जियो पाए पिंड जिन साजया दिता पहनन खान अपने दास की आप बैद राखी नानक सद कुर्बान हमरी गणत न गणिया काई बिरद पछाण अपना हमरी गणत न गणिया बिरद पछाण अपना गणत ना गणिया काई बिरद पछाण अपना हमरी गणत ना गणिया काई बिरद पछाण अपना गणत ना गणिया काई बिरद पछाणो अपना हमरी गणत ना गणिया काई बिरद पछाणो अपना हमरी गणत ना गणिया काई जे गणिया बिरद पछाणो अपना हमरी गणत ना गणिया काई बिरद पछाणो अपना गणत ना गणिया काई बिरद पछाणो अपना हमरी गणत ना गणिया काई बिरद पछाण अपना हमरी गणत ना गणिया काई बिरद पछाणो अपना हमरी गणत ना गणिया काई बिरद पछाणो अपना बिरद जी पछाण अपना बिरद जे पछाण अपना बिरद जी पछाण अपना बिरद जी पछाण अपना बिरद जी पछाणो अपना बिरद जी पछाणो अपना बिरद जी पछाण अपना बिरद जी पछाण अपना बिरद जी पछाणो अपना बिरद जी पछाणो अपना बिरद जी पछाणो अपना बिरद जी पछाणो अपना बिरद जी पछाण अपना बिरद जे
ਪਛਾਣੋ ਆਪਣਾ ਬਿਰਦ ਜੀ ਪਛਾਣੋ ਆਪਣਾ हमरी गणत न गणिया काई बिरद पछाण अपना हमरी गणत न गणिया काई बिरद पछाण अपना हरी गणत न गणिया गाई बिरद पछाण अपना हमरी गणत न गणिया गाई बिरद पछाण अपना हमरी गणत न गणिया गाई बिरद पछाणो अपना हमरी गणत न गणिया गाई बिरद पछाण अपना हमरी गणत न गणिया काई अपना बिरद पछाण अपना बिरद पछाण हमरी गणत न गणिया काई अपना बिरद पछाण अपना बिरद पछाण हरी गणत न गणिया गाई अपना बिरद पछाण अपना बिरद पछाण परम सत्कारयोग सतगुरां दी साजी ते नवाजी होई गुरु रूप खालसा साध संगत जी आप सरबत माई ते भाई हाजरा हजूर जहरा जहूर सर्व कला भरपूर बाणी के वोहित कलयुग दे जहाज दसा हाहां पातशाहियां दी जागदी जोत हलत पलत के रखियत करना निदान अंतरजामी पतत पावन किरपा निदान दया दे दाते शांति दे पुंज चवरां छतरां तख्तां दे मालक गद्दी ते विराजमान धन 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਅਤੇ ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ बड़ी शरधा ते भावना दे नाल दूरों नेड़ियों चल के नगर वासी संगतां अते इलाका निवासी संगतां दसवीं दे महान अते पवित्र दिहाड़े नूं मुख रखदिआं हाज़रियां भर रहे हो। धन 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 गुरु ग्रंथ साहिब महाराज जियां दी अपार बख्शिश किरपा द्वारा
ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪ੍ਰੇਰਨਾ ਸਦਕਾ ਛਤਰ ਛਾਇਆ ਦੇ ਹੇਠ ਅਤੇ ਇੱਥੋਂ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਮੱਖਣ ਸਿੰਘ ਜੀ ਇਹਨਾਂ ਮਹਾਂਪੁਰਖਾਂ ਦੀ ਦੇਖ ਰੇਖ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਨਾਲ ਹਰ ਇੱਕ ਮਹੀਨੇ ਦੀ ਤਰ੍ਹਾਂ ਇਹ 10ਵੀਂ ਦੇ ਦਿਹਾੜੇ ਮਨਾਏ ਜਾ ਰਹੇ ਨੇ। ਇੱਕ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਪ੍ਰਾਰੰਭ ਹੋਏ। ਭਾਵਾਂ ਕਿ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਅਸਥਾਨਾਂ 'ਤੇ ਹਾਜ਼ਰ ਹੋ ਕੇ ਪਿਛਲੇ 2 ਮਹੀਨਿਆਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਜਿਹੜੀ ਲੜੀ ਚੱਲ ਰਹੀ ਹੈ ਤੇ ਬੜੀਆਂ ਸੰਗਤਾਂ ਲਾਹਾ ਲੈ ਰਹੀਆਂ ਨੇ ਤੇ ਪਰਸੋਂ ਰੋਜ਼ ਤੋਂ 10ਵੀਂ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ, ਜਿਨ੍ਹਾਂ ਦੀ ਅੱਜ ਸਮਾਪਤੀ ਹੋਈ ਹੈ। ਜਿਨ੍ਹਾਂ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਸਰਦਾਰ ਚਮਕੌਰ ਸਿੰਘ ਜੀ ਰੋਹਟਾ ਸਾਹਿਬ ਤੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਪਰਿਵਾਰ ਨੇ ਸੇਵਾ ਲਈ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੀ। ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਸਮਾਪਤੀ ਤੋਂ ਉਪਰੰਤ ਤੁਰਕੀ ਬਾਣੀ ਦੇ, ਰੱਬੀ ਬਾਣੀ ਦੇ, ਅਲਾਹੀ ਬਾਣੀ ਦੇ, ਗੋਬਿੰਦ ਕੀ ਬਾਣੀ ਦੇ, ਖਸਮ ਕੀ ਬਾਣੀ ਦੇ ਪਾਪ ਨਾਸਕ ਤੇ ਸ਼ਾਂਤਮਈ ਗੁਰਬਾਣੀ ਦੇ ਹਰੀ ਜਸ ਕੀਰਤਨ ਪ੍ਰਾਰੰਭ ਹੋਏ ਨੇ ਤੇ ਕਾਫੀ ਸਮੇਂ ਤੋਂ ਆਪ ਸਰਬੱਤ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਰਾਹੀਂ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਬਾਕੀ ਜਿੰਨਾ ਕੁ ਸਮਾਂ ਆਪਣੇ ਕੋਲ ਬਚਦਾ ਏ ਰਹਿੰਦੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਆਪਾਂ ਸਾਰਿਆਂ ਨੇ ਗੁਰਬਾਣੀ ਦੁਆਰਾ ਹਰੀ ਜਸ ਕੀਰਤਨ ਕਰਕੇ ਗੁਰਬਾਣੀ ਦੁਆਰਾ ਇਤਿਹਾਸ ਦੁਆਰਾ ਵਿਚਾਰਾਂ ਕਰਕੇ ਤੇ ਸੁਣ ਕੇ ਰਹਿੰਦੇ ਸਮੇਂ ਨੂੰ ਵੀ ਸਫਲ ਬਣਾਉਣ ਦਾ ਯਤਨ ਕਰਨਾ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਦੁਹਰਾਈਏ। ਕੋਈ ਰਸਨਾ ਬਾਂਝੀ ਨਾ ਰਹੇ, ਸਾਰੇ ਹੀ ਗੱਜ ਵੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਤਾ ਦੇ ਯੋਗ ਹਾਂ। ਬਹੁਤ ਵੱਡੇ ਭਾਗ ਜਿਨ੍ਹਾਂ ਨੂੰ ਇਹ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ 'ਤੇ ਸਤ ਸੰਗਤ ਦਾ ਜ਼ਿਕਰ ਕਰਦੇ ਨੇ। ਗੁਰਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਆ ਕਿ ਜਿਹੜਾ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ,
ਇਹ ਮਨੁੱਖਾ ਜਨਮ ਦੇ ਵਿੱਚ ਪੂਰਿਆਂ ਗੁਰਾਂ ਦੀ ਸੰਗਤ ਜੀਵ ਨੂੰ ਤਾਰ ਦਿੰਦੀ ਆ। ਜੇ ਕਿਤੇ ਕੋ ਸੰਗਤ ਮਿਲ ਜਾਵੇ ਮਾੜੇ ਪੁਰਸ਼ਾਂ ਦੀ, ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦੀ ਆ ਕੋ ਸੰਗਤ। ਪਰ ਸੰਗਤ ਦੀ ਤਾਕੀਦ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਤੇ ਭਗਤ ਕਬੀਰ ਜੀਆਂ ਦੇ ਬਚਨ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਵੇਰ, ਉਹ ਝੂਲੈ ਉਹ ਚੀਰੀਐ, ਸਾਕਤ ਸੰਗਤ ਨਾ ਹੇਰ। ਬੜ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰਬਾਣੀ ਦੇ ਵਿੱਚ ਉਹਨਾਂ ਨੂੰ ਵਡਭਾਗੇ ਆਖਿਆ ਜਾਂਦਾ ਏ, ਧਨਤਾ ਦੇ ਯੋਗ ਆਖਿਆ ਜਾਂਦਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੂਰਿਆਂ ਗੁਰਾਂ ਦੀ ਸੰਗਤ ਕੀਤੀ। ਸੰਗਤ ਦੇ ਵਿੱਚੋਂ ਰਸ ਪ੍ਰਾਪਤ ਹੋਇਆ, ਉਹ ਆਨੰਦ ਨੂੰ ਚਖਿਆ ਜਿਹੜੇ ਆਨੰਦ ਨੂੰ ਦੁਨੀਆ ਦੇ ਲੋਕ ਪਦਾਰਥਾਂ ਦੇ ਵਿੱਚੋਂ ਲੱਭ ਰਹੇ ਨੇ, ਰੌਣਕਾਂ ਦੇ ਵਿੱਚੋਂ ਲੱਭ ਰਹੇ ਨੇ। ਪਰ ਜਿਹੜਾ ਇਹ ਆਨੰਦ ਆ, ਇਹ ਕੇਵਲ ਤੇ ਕੇਵਲ ਗੁਰੂ ਦੀ ਹਜ਼ੂਰੀ ਦੇ ਵਿੱਚੋਂ, ਕੀਰਤਨ ਦੇ ਵਿੱਚੋਂ, ਕਥਾ ਦੇ ਵਿੱਚੋਂ, ਧੁਰ ਕੀ ਬਾਣੀ ਦੇ ਵਿੱਚੋਂ ਪ੍ਰਾਪਤ ਹੁੰਦਾ। ਕਿਉਂਕਿ ਦੁਨੀਆ ਦੇ ਵਿੱਚ ਬੜੇ ਨੇ ਜਿਹੜੇ ਕਈ ਪ੍ਰਕਾਰ ਦੇ ਨਸ਼ੇ ਕਰਦੇ ਨੇ। ਹਰ ਇੱਕ ਬੰਦਾ ਕਹਿੰਦਾ ਏ ਵੀ ਨਸ਼ੇ ਬੜੇ ਚੱਲ ਰਹੇ ਨੇ। ਨਸ਼ਿਆਂ ਦੇ ਨਾਲ ਸਾਡੀ ਜਿਹੜੀ ਜਵਾਨੀ ਆ ਉਹ ਖਤਮ ਹੋ ਰਹੀ ਆ। ਪਰ ਸਾਧ ਸੰਗਤ ਜੀ, ਨਸ਼ੇ ਦੇ ਵਿੱਚ ਫਰਕ ਆ। ਇੱਕ ਉਹ ਨਸ਼ਾ ਜਿਹੜਾ ਨਸ਼ਾ ਕੀਤਿਆਂ ਤੇ ਸਾਡੀ ਜ਼ਿੰਦਗੀ ਨੂੰ, ਸਰੀਰ ਨੂੰ ਖਤਮ ਕਰ ਦਿੰਦਾ। ਇੱਕ ਉਹ ਨਸ਼ਾ ਜਿਹੜਾ ਸਾਡੇ ਜੀਵਨ ਦੇ ਵਿੱਚ ਆਨੰਦ ਬਖਸ਼ ਦਿੰਦਾ ਏ। ਹੁਣ ਕਈ ਗੁਰਮੁਖ ਪਿਆਰੇ ਨੇ, ਹਰ ਇੱਕ ਦਸਵੀਂ ਨੂੰ ਬੜੇ ਆਨੰਦ ਵਿੱਚ ਬਹਿ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਨੇ। ਬੜੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਸਾਰੇ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਆ, ਕਿਉਂਕਿ ਉਹਨਾਂ ਨੂੰ ਆਨੰਦ ਤੇ ਰਸ ਪੈਦਾ ਹੁੰਦਾ ਏ। ਤੇ ਜਿਨ੍ਹਾਂ ਨੂੰ ਇਹ ਰਸ ਪੈਦਾ ਪ੍ਰਾਪਤ ਹੋ ਗਿਆ, ਉਹ ਛੱਡ ਨਹੀਂ ਸਕਦੇ, ਰਹਿ ਨਹੀਂ ਸਕਦੇ। ਬਾਕੀ ਜਿਹੜੇ ਦੁਨੀਆ ਦੇ ਨਸ਼ੇ ਨੇ, ਇਹਨਾਂ ਦਾ 8 ਪਹਿਰ ਤੱਕ ਅਸਰ ਰਹਿੰਦਾ। 8 ਪਹਿਰਾਂ ਤੋਂ ਬਾਅਦ ਇਹਨਾਂ ਦਾ ਨਸ਼ਾ ਖਤਮ ਹੋ ਜਾਂਦਾ ਏ, ਅਸਰ ਖਤਮ ਹੋ ਜਾਂਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਪੋਸਤ ਅਭੰਗ ਅਫੀਮ ਮਦ, ਉਤਰ ਜਾਹੇ ਪ੍ਰਭਾਤ। ਇਹ ਜਿਹੜੇ ਦੁਨੀਆ ਦੇ ਦੁਨਿਆਵੀ ਨਸ਼ੇ ਨੇ, 8 ਪਹਿਰਾਂ ਤੱਕ ਜਿਨ੍ਹਾਂ ਦਾ ਅਸਰ ਰਹਿੰਦਾ, ਤੇ ਸਵੇਰ ਹੁੰਦੀ ਆ ਤੇ ਫੇਰ ਬੜਾ ਦੁੱਖ ਪ੍ਰਗਟ ਹੁੰਦਾ ਏ, ਉਹ ਸਹਿਆ ਨਹੀਂ ਜਾਂਦਾ। ਜਿੰਨਾ ਚਿਰ ਮਿਲ ਨਾ ਜਾਵੇ, ਉਨਾ ਚਿਰ ਇਹਨੂੰ ਸੁੱਖ ਨਹੀਂ ਮਿਲਦਾ। ਪਰ ਜਿਨ੍ਹਾਂ ਨੂੰ ਉਹ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਂਦਾ, ਨਾਮ ਖਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਪਰਮੇਸ਼ਰ ਦਾ ਰੰਗ ਫਿਰ ਚਰਖੜੀਆਂ ਤੇ ਚੜ੍ਹ ਕੇ ਵੀ ਨਹੀਂ ਉਤਰਦਾ। ਬੰਦ ਵੀ ਕੱਟੇ ਜਾਂਦੇ ਨੇ, ਪਰਮੇਸ਼ਰ ਦੇ ਘਰ ਦਾ, ਪਰਮੇਸ਼ਰ ਦੇ ਨਾਮ ਦਾ ਰੰਗ ਨਹੀਂ ਉਤਰਦਾ। ਤੇ ਭਾਈ ਤਾਰੂ ਸਿੰਘ ਜੀਆਂ ਦਾ ਬੰਦ ਵੀ ਕੱਟਿਆ ਗਿਆ, ਖੋਪਰ ਉਤਾਰਿਆ ਗਿਆ ਭਾਈ ਤਾਰੂ ਸਿੰਘ ਜੀਆਂ ਦਾ।
ਉਹ ਰੰਗ ਨਹੀਂ ਉਤਰਿਆ। ਭਾਈ ਮਣੀ ਸਿੰਘ ਜੀਆਂ ਦਾ ਬੰਦ ਕੱਟਿਆ ਗਿਆ, ਰੰਗ ਨਹੀਂ ਉਤਰਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਤਦੇ ਵਚਨ ਕਰਦੇ ਨੇ, ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ, ਨਾਨਕਾ ਨਾਮ ਖੁਮਾਰੀ ਨਾਨਕਾ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ। ਨਾਮ ਖੁਮਾਰੀ ਨਾਨਕਾ, 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 ਨਾਮ ਖੁਮਾਰੀ ਨਾਨਕਾ। ਉਸਤ ਅਭੰਗ ਅਫੀਮ ਮਦ ਉਤਰ ਜਾਹੇ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਿਨ੍ਹਾਂ ਨੂੰ ਇਹ ਪਰਮੇਸ਼ਰ ਦੇ ਘਰ ਦਾ ਰੰਗ ਚੜ੍ਹ ਜਾਂਦਾ ਏ ਤੇ ਜਿਹੜੇ ਇਹ ਰਸ ਨੂੰ ਚੱਖਦੇ ਨੇ, ਉਹ ਫਿਰ ਇਹ ਰਸ ਤੋਂ ਬਿਨਾਂ ਰਹਿ ਨਹੀਂ ਸਕਦੇ। ਬਾਕੀ ਦੁਨੀਆ ਦੇ ਲੋਕ ਇਹ ਆਨੰਦ ਨੂੰ, ਇਹ ਮਸਤੀ ਨੂੰ, ਇਹ ਰੰਗ ਨੂੰ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚੋਂ ਲੱਭਦੇ ਨੇ, ਪਦਾਰਥਾਂ ਦੇ ਵਿੱਚੋਂ ਲੱਭਦੇ ਨੇ, ਰੌਣਕਾਂ ਦੇ ਵਿੱਚੋਂ ਲੱਭਦੇ ਨੇ, ਪਰ ਨਹੀਂ ਪ੍ਰਾਪਤ ਹੁੰਦਾ। ਤੇ ਰੱਬ ਦੇ ਪਿਆਰੇ ਫਿਰ ਇਕਾਂਤ ਇਕਾਗਰ ਚਿੱਤ ਹੋ ਕੇ ਇਹ ਰਸ ਨੂੰ ਚੱਖਦੇ ਨੇ, ਕੀਰਤਨ ਦੇ ਵਿੱਚੋਂ ਰਸ ਪੈਦਾ ਕਰਦੇ ਨੇ। ਉਹ ਰਸ ਨੂੰ ਚੱਖ ਕੇ ਆਪਣੇ ਧਾਰੇ ਹੋਏ ਮਨੁੱਖਾ ਜਨਮ ਨੂੰ ਸਫਲੇ ਬਣਾਉਂਦੇ ਨੇ। ਤੇ ਗੁਰਬਾਣੀ ਦੇ ਵਿੱਚ ਉਹਨਾਂ ਨੂੰ ਫਿਰ ਵਡਭਾਗੇ ਆਖਿਆ ਏ, ਧੰਨਤਾ ਦੇ ਯੋਗ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤ ਸੰਗਤ ਦਾ ਮਿਲ ਜਾਣਾ। ਕਿਉਂਕਿ ਸਤ ਸੰਗਤ ਜੀਵ ਤੋਂ ਬ੍ਰਹਮ ਦੇ ਵਿੱਚ ਭੇਦ ਕਰ ਦਿੰਦੀ ਆ। ਇਹ ਸਤ ਸੰਗਤ ਪਾਪੀਆਂ ਤੋਂ ਪੁੰਨੀ ਬਣਾ ਦਿੰਦੀ ਆ। ਤੇ ਜਿਹਦਾ ਵੀ ਉਧਾਰ ਹੋਇਆ ਏ ਉਹਦਾ ਸਤ ਸੰਗਤ ਕਰਕੇ ਹੋਇਆ, ਤੇ ਜਿਹਦਾ ਵੀ ਵਿਨਾਸ਼ ਹੋਇਆ ਉਹ ਮਾੜੇ ਪੁਰਸ਼ਾਂ ਦੀ ਕੁਸੰਗਤ ਕਰਕੇ ਹੋਇਆ। ਤੇ ਜਿਹਦਾ ਵੀ ਭਲਾ ਹੋਇਆ, ਜੇ ਕਿਤੇ ਜੀਵਨ ਬਣਿਆ, ਉਹਦਾ ਗੁਰੂ ਦੀ ਸੰਗਤ ਕਰਕੇ ਬਣਿਆ। ਚੰਗੇ ਪੁਰਖਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਦੇ ਲੜ ਲੱਗ ਕੇ, ਪੂਰਿਆਂ ਗੁਰਾਂ ਦੀ ਸੰਗਤ ਕਰਕੇ ਉਧਾਰ ਹੋਇਆ ਤੇ ਜੀਵਨ ਬਣਿਆ। ਇਹ ਗੁਰੂ ਦੇ ਚਰਨਾਂ ਦੇ ਵਿੱਚ ਚੱਲ ਕੇ ਆਈਏ, ਇੱਕ ਇੱਕ ਕਦਮ ਦਾ ਇੱਕ ਅਸਮੇਧ ਜਗ ਦਾ ਫਲ ਪ੍ਰਾਪਤ ਹੋ ਜਾਂਦਾ। ਜੇ ਕਿਤੇ ਗੁਰੂ ਦੇ ਚਰਨਾਂ ਵਿੱਚ ਚੱਲ ਕੇ ਆਈਏ, ਕਿਸੇ ਮਹਾਂਪੁਰਖ ਦੇ ਕੋਲ ਚੱਲ ਕੇ ਜਾਈਏ, ਇੱਕ ਕਦਮ ਦਾ ਫਲ, ਇੱਕ ਅਸਮੇਧ ਜਗ ਦਾ ਫਲ ਪ੍ਰਾਪਤ ਹੋ ਜਾਂਦਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਦੇ ਨੇ, ਪਾਪ ਸੁਹਾਵੇ ਜੋ ਤਉ ਤਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜੋ ਤਉ ਜਸ ਗਾਵੇ, ਜਿਉ ਪਿਆ ਤੋ ਸਰਨੀ। ਇਹ ਪੈਰ ਸਾਡੇ ਸੁਹਾਵੇ ਨੇ, ਜਿਨ੍ਹਾਂ ਪੈਰਾਂ ਦੇ ਨਾਲ ਚੱਲ ਕੇ ਗੁਰੂ ਦਰਬਾਰ ਵੱਲ ਆਇਆ। ਪਾਪ ਸੁਹਾਵੇ ਜੋ ਤਉ ਤਿਰ ਜੁਲਦੇ, ਸੀਸ ਸੁਹਾਵਾ ਚਰਨੀ। ਜਿਹੜੇ ਸੀਸ ਨਵਾ ਕੇ ਅਸੀਂ ਪੂਰਿਆਂ ਗੁਰਾਂ ਦੇ ਚਰਨਾਂ ਦੇ ਵਿੱਚ ਨਿਭਾਇਆ ਏ, ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੋਇਆ,
ਇਹ ਸਾਡਾ ਸੀਸ ਸੁਹਾਵਾ ਹੋ ਗਿਆ। ਮੁਖ ਸੁਹਾਵਾ ਜਦ ਤੋ ਜਸ ਗਾਵੇ, ਜਿਉ ਪਿਆ ਤੋ ਸਰਨੀ। ਮੁਖ ਉਦੋਂ ਸੁਹਾਵਾ ਹੁੰਦਾ ਏ ਜਦੋਂ ਗੁਰੂ ਦਰਬਾਰ ਦੇ ਵਿੱਚ ਆ ਕੇ ਬਾਣੀ ਨੂੰ ਸੁਣਦੇ ਹਾਂ, ਇਹ ਰਸਨਾ ਦੇ ਨਾਲ ਪੜ੍ਹਦੇ ਹਾਂ, ਸ਼ਬਦ ਦੇ ਵਿੱਚ ਬੋਲਦੇ ਹਾਂ। ਸ਼ਬਦ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕੀਤਾ ਜਾਂਦਾ ਏ ਤੇ ਸਮਾਂ ਸਫਲੇ ਬਣ ਜਾਂਦਾ ਏ। ਤੇ ਭਾਈ ਆਨੰਦ ਲਾਲ ਜੀਆਂ ਦੇ ਵਚਨ ਕਹਿੰਦੇ, ਓਯੋ ਕਦਮ ਸੁਹਾਵਾ ਜਾਣੋ, ਜੋ ਰਾਹ ਰੱਬ ਲਜਾਵੇ। ਅੰਤਰੀਵ ਅਰਥ। ਤੇ ਭਾਈ ਆਨੰਦ ਲਾਲ ਜੀ ਕਹਿੰਦੇ, ਉਹ ਕਦਮ ਸਾਡਾ ਸੁਹਾਵਾ ਜਾਣੋ, ਜਿਹੜਾ ਕਦਮ ਅਸੀਂ ਗੁਰੂ ਦੇ ਵੱਲ ਚੱਲ ਕੇ ਆਇਆ। ਆਪਣੀ ਜ਼ਿੰਦਗੀ ਦਾ ਕਦਮ, ਆਪਣੀ ਜ਼ਿੰਦਗੀ ਦੇ ਵਿੱਚ ਕਦੇ ਸੋਚਿਆ ਵੀ ਪੂਰਿਆਂ ਗੁਰਾਂ ਦੇ ਲੜ ਲੱਗ ਕੇ ਲਾਹਾ ਲੈਣਾ ਏ? ਐਵੇਂ ਸਾਰੀ ਜ਼ਿੰਦਗੀ ਲੰਘਾ ਦਿੱਤੀ, ਕਦੇ ਸਤ ਸੰਗਤ ਦੇ ਵਿੱਚ ਨਹੀਂ ਗਏ, ਕਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਗੋਦ ਵਿੱਚ ਬਹਿ ਕੇ ਹੀ ਨਹੀਂ ਦੇਖਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ ਦਾ ਕਿੰਨਾ ਕੁ ਆਨੰਦ ਆ, ਕਦੇ ਜਾ ਕੇ ਨਹੀਂ ਦੇਖਿਆ। ਪਰ ਆਪਣੀ ਜ਼ਿੰਦਗੀ ਦਾ ਕਦਮ ਚੱਲਿਆ ਤੇ ਕਦਮ ਗੁਰੂ ਦੇ ਵੱਲ ਚੱਲਿਆ ਏ। ਉਹ ਮਨਾ ਐਵੇਂ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ, ਹੁਣ ਗੁਰੂ ਦੇ ਚਰਨਾਂ ਦੇ ਵਿੱਚੋਂ ਵੀ ਲਾਹਾ ਲੈਣਾ ਏ। ਆਪਣੇ ਧਾਰੇ ਹੋਏ ਮਨੁੱਖਾ ਜਨਮ ਨੂੰ ਸਫਲੇ ਬਣਾਉਣਾ। ਓਯੋ ਕਦਮ ਸੁਹਾਵਾ ਜਾਣੋ, ਜੋ ਰਾਹ ਰੱਬ ਲਜਾਵੇ। ਉਹ ਕਦਮ ਨੂੰ ਸੁਹਾਵਾ ਜਾਣੀਏ। ਜਿਹਬਾ ਉਹੀ ਸਫਲੀ ਜਾਣੋ, ਗੀਤ ਗੋਬਿੰਦ ਜੋ ਗਾਵੇ। ਕਹਿੰਦੇ ਰਸਨਾ ਨੂੰ ਉਹਨੂੰ ਪਵਿੱਤਰ ਜਾਣ ਲਓ, ਉਹਨੂੰ ਸਫਲੀ ਜਾਣ ਲਓ, ਜਿਹੜੀ ਰਸਨਾ ਦੇ ਨਾਲ ਉਹ ਪਰਮੇਸ਼ਰ ਦੇ ਗੀਤ ਗਾਏ ਜਾਂਦੇ ਨੇ। ਸਾਨੂੰ ਹੁਕਮ ਆ ਪਰਮੇਸ਼ਰ ਦੇ ਗੀਤ ਗਾਉਣ ਦਾ, ਪਰ ਉਹ ਗੀਤ ਗਾਉਣੇ ਨੇ ਜਿਹੜੇ ਗੀਤ ਗਾਇਆਂ ਤੇ ਸਮਾਂ ਸਫਲੇ ਹੁੰਦਾ ਏ ਤੇ ਪਰਮੇਸ਼ਰ ਦੀ ਯਾਦ ਆਉਂਦੀ ਆ। ਉਹ ਗੀਤ ਗਾਉਣੇ ਨੇ ਜਿਹੜੇ ਗੀਤਾਂ ਦੇ ਨਾਲ ਸਾਡਾ ਧਾਰਿਆ ਹੋਇਆ ਮਨੁੱਖਾ ਜਨਮ ਸਫਲੇ ਹੁੰਦਾ। ਪ੍ਰਭ ਆਪਣੇ ਦੇ ਗੀਤ ਜਿੰਦੜੀਏ ਗਾ ਲੈਨੀ, 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 ਪ੍ਰਭ ਆਪਣੇ ਦੇ ਗੀਤ, 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 ਪ੍ਰਭ ਆਪਣੇ ਦੇ ਗੀਤ ਜਿੰਦੜੀਏ, ਪ੍ਰਭ ਆਪਣੇ ਦੇ ਗੀਤ, 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 ਓ ਪ੍ਰਭ ਆਪਣੇ ਦੇ ਗੀਤ, ਪ੍ਰਭ ਆਪਣੇ ਦੇ ਗੀਤ, ਪ੍ਰਭ ਆਪਣੇ ਦੇ ਗੀਤ ਜਿੰਦੜੀਏ, ਪ੍ਰਭ ਆਪਣੇ ਦੇ ਗੀਤ, ਪ੍ਰਭ ਆਪਣੇ ਦੇ ਗੀਤ, ਪ੍ਰਭ ਆਪਣੇ ਦੇ ਗੀਤ ਜਿੰਦੜੀਏ, ਪ੍ਰਭ ਆਪਣੇ ਦੇ ਗੀਤ, ਪ੍ਰਭ
ਜਿੰਦੜੀਏ ਗਾ ਲੈਨੀ ਪ੍ਰਭ ਆਪਣੇ ਦੇ ਗੀਤ 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 ਜਿੰਦੜੀਏ ਗਾ ਲੈਨੀ ਨਾਨਕ ਭੌਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਸਾਨੂੰ ਹੁਕਮ ਆ ਗੀਤ ਗਾਉਣੇ ਨੇ ਪਰ ਉਹ ਪਰਮੇਸ਼ਰ ਦੇ, ਜਿਨ੍ਹਾਂ ਨੂੰ ਗਾ ਕੇ ਸਾਡਾ ਧਾਰਿਆ ਹੋਇਆ ਮਨੁੱਖਾ ਜਨਮ ਸਫਲ ਹੁੰਦਾ ਤੇ ਪਰਮੇਸ਼ਰ ਦੀ ਯਾਦ ਆਉਂਦੀ ਆ ਤੇ ਸਮਾਂ ਵੀ ਸਫਲ ਹੁੰਦਾ ਤੇ ਉਹ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਿਆ ਜਾਂਦਾ। ਹੁਕਮ ਆ ਸਾਨੂੰ ਪਰਮੇਸ਼ਰ ਦੇ ਗੀਤ ਗਾਉਣ ਦਾ ਤੇ ਜੇਬਾ ਸਫਲੀ ਹੁੰਦੀ ਆ। ਜਿਹਬਾ ਉਹੀ ਸਫਲੀ ਜਾਣੋ ਗੀਤ ਗੋਬਿੰਦ ਜੋ ਗਾਵੇ। ਹਰ ਦਮ ਦਾਤਾ ਦੇ ਦਰ ਤੇ ਜਿਹੜਾ ਮਸਤਕ ਆਨ ਨਿਭਾਵੇ ਪੂਰਨ ਬ੍ਰਹਮ ਗਿਆਨੀ ਬਣ ਕੇ ਜਗ ਤੇ ਸੋਭਾ ਪਾਵੇ। ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਹਰ ਟਾਈਮ ਹਰ ਸਮੇਂ ਆਪਣੇ ਗੁਰੂ ਨੂੰ ਨਮਸਕਾਰਾਂ ਕਰਦੇ ਰਹਿੰਦੇ ਨੇ, ਹਰ ਸਮੇਂ ਆਪਣੇ ਗੁਰੂ ਨੂੰ ਯਾਦ ਕਰਦੇ ਨੇ, ਉਹ ਫਿਰ ਦੁਨੀਆ ਦੇ ਵਿੱਚ ਉਹਨਾਂ ਦੀ ਵਡਿਆਈ ਵੀ ਹੁੰਦੀ ਆ, ਸੋਭਾ ਵੀ ਹੁੰਦੀ ਆ। ਉਹ ਰੱਬ ਦੇ ਪਿਆਰੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਚੱਲ ਕੇ ਆਉਂਦੇ ਆ, ਇੱਕ ਇੱਕ ਕਦਮ ਦਾ ਹਿਸਾਬ ਗੁਰੂ ਸਾਨੂੰ ਬਖਸ਼ ਦਿੰਦਾ, ਫਲ ਬਖਸ਼ ਦਿੰਦਾ। ਤੇ ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਚੱਲ ਕੇ ਆਉਂਦੇ ਆ, ਇੱਕ ਇੱਕ ਕਦਮ ਦਾ ਫਲ ਕਿਵੇਂ ਪ੍ਰਾਪਤ ਹੁੰਦਾ ਏ। ਸ਼੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਮਹਾਂਪੁਰਖ ਆਪਣੀ ਮੁਬਾਰਕ ਰਸਨਾ ਦੇ ਵਿੱਚ ਇਹ ਬਚਨ ਕਰਿਆ ਕਰਦੇ ਕਿ ਇੱਕ ਇੱਕ ਕਦਮ ਕਿਵੇਂ ਸਫਲ ਹੁੰਦਾ ਏ ਤੇ ਇੱਕ ਇੱਕ ਕਦਮ ਦਾ ਜਿਹੜਾ ਫਲ ਕਿਵੇਂ ਇੱਕ ਕਦਮ ਦਾ ਅਸਮੇਧ ਜਗ ਦਾ ਫਲ ਮਿਲਦਾ। ਦੁਆਪਰ ਯੁੱਗ ਦੇ ਵਿੱਚ ਚੱਕਰਵਰਤੀ ਰਾਜੇ ਹੋਇਆ ਕਰਦੇ ਸੀ। ਉਹ ਚੱਕਰਵਰਤੀ ਰਾਜਿਆਂ ਦੇ ਸਮੇਂ ਸਾਰੀ ਪ੍ਰਜਾ ਸੁਖ ਪ੍ਰਾਪਤ ਕਰਦੀ ਸੀ, ਸੁਖੀ ਵਸ ਰਹੀ ਸੀ, ਕਿਉਂਕਿ ਧਰਮਾਤਮਾ ਸਨ। ਧਰਮਾਤਮਾ ਜਿਹੜੇ ਹੋਇਆ ਕਰਦੇ ਨੇ ਉਹ ਰੱਬ ਦੀ ਬੰਦਗੀ ਕਰਦੇ ਨੇ, ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਜਪਾਉਂਦੇ ਨੇ ਤੇ ਪ੍ਰਜਾ ਨੂੰ ਸੁਖ ਦਿੰਦੇ ਨੇ। ਇਹ ਚੱਕਰਵਰਤੀ ਰਾਜੇ ਸੀ। ਚੱਕਰਵਰਤੀ ਰਾਜਾ ਯੁਧਿਸ਼ਟਰ, ਇਹ 5 ਭਰਾ ਸਨ ਪਾਂਡੋ। ਸਭ ਤੋਂ ਵੱਡੇ ਸਨ ਯੁਧਿਸ਼ਟਰ, ਅਰਜੁਨ, ਨਕੁਲ, ਭੀਮ ਤੇ ਸਹਦੇਵ। 5 ਭਰਾ ਸਨ ਤੇ ਕ੍ਰਿਸ਼ਨ ਭਗਵਾਨ ਜੀਆਂ ਦੇ ਰਿਸ਼ਤੇਦਾਰ ਵੀ ਲੱਗਦੇ ਨੇ। ਫੁੱਫੇ ਮਾਮੇ ਦੇ ਪੁੱਤਰ ਤੇ ਭਰਾ ਲੱਗਦੇ ਨੇ। ਜਿਹੜੀ ਦੁਨਿਆਵੀ ਰਿਸ਼ਤੇਦਾਰੀ ਸੀ, ਦੁਨਿਆਵੀ ਰਿਸ਼ਤਾ, ਇਹ ਰਿਸ਼ਤੇਦਾਰ ਲੱਗਦੇ ਨੇ। ਪਰ ਪਰਮਾਰਥਕ ਦਾ ਜਿਹੜਾ ਇਹਨਾਂ ਦਾ ਰਿਸ਼ਤਾ ਸੀ, ਪਰਮਾਰਥਕ ਦਾ ਰਿਸ਼ਤਾ ਇਹ ਕ੍ਰਿਸ਼ਨ ਭਗਵਾਨ ਜੀਆਂ ਦੇ ਸੇਵਕ ਨੇ ਤੇ ਕ੍ਰਿਸ਼ਨ ਭਗਵਾਨ ਜੀ ਇਹਨਾਂ ਦੇ ਸੁਆਮੀ ਨੇ। ਇਹ ਜਿਹੜਾ ਯੁਧਿਸ਼ਟਰ ਸੀ ਧਰਮਾਤਮਾ ਸੀ, ਪਰਮਾਤਮਾ ਦਾ ਨਾਮ ਜਪਣ ਵਾਲਾ ਸੀ। ਰਾਜ ਵੀ ਕਰਦੇ ਨੇ ਤੇ ਰਾਜ ਭਾਗ ਨੂੰ ਪਾ ਕੇ ਮਾਨ ਨਹੀਂ ਕਰਦੇ, ਪ੍ਰਜਾ ਨੂੰ ਸੁਖ ਦਿੰਦੇ ਨੇ। ਯੁਧਿਸ਼ਟਰ ਨੂੰ ਦੁਰਯੋਧਨ ਨੇ ਇੱਕ ਦਿਨ ਜੂਆ ਖੇਡਣ ਵਾਸਤੇ ਮਜਬੂਰ ਕਰ ਲਿਆ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਮਾਸ, ਮਦਰਾ, ਜੂਆ, ਇਹ ਨਿੰਦਨੀ ਯੋਗ ਜਿਹੜੇ ਕਰਮ ਨੇ, ਇਹਨਾਂ ਤੋਂ ਕਰੋੜਾਂ ਕੋ ਦੂਰ ਰਹਿੰਦੇ ਨੇ।
ਇਹਨਾਂ ਦੇ ਨੇੜੇ ਨਹੀਂ ਆਉਂਦੇ। ਇਹ ਯੁਧਿਸ਼ਟਰ ਜਿਹੜਾ ਸੀ ਇਹ ਨਿੰਦਨੀ ਕਰਮਾਂ ਦੇ ਨੇੜੇ ਨਹੀਂ ਸੀ ਆਉਂਦਾ। ਪਰ ਦੁਰਯੋਧਨ ਨੇ ਇੱਕ ਦਿਨ ਮਜਬੂਰ ਕਰ ਦਿੱਤਾ ਜੂਆ ਖੇਡਣ ਵਾਸਤੇ। ਜਿਹੜੇ ਜੂਆ ਖੇਡਦੇ ਨੇ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਤਰੱਕੀ ਨਹੀਂ ਪਾ ਸਕਦੇ, ਕਾਮਯਾਬ ਨਹੀਂ ਹੁੰਦੇ। ਉਹ ਧਨਾੜ ਨਹੀਂ ਬਣੇ ਦੇਖੇ ਜਿਹੜੇ ਜੂਆ ਖੇਡਣ ਵਾਲੇ ਨੇ। ਜੂਆ ਖੇਡਣ ਵਾਲੇ ਜ਼ਿੰਦਗੀ ਦੇ ਵਿੱਚ ਧਨਾੜ ਨਹੀਂ ਬਣਦੇ ਤੇ ਜੂਆ ਖੇਡਣ ਵਾਲਿਆਂ ਨੂੰ ਕਦੇ ਸ਼ਾਂਤੀ ਨਹੀਂ ਆਉਂਦੀ ਤੇ ਜੂਆ ਖੇਡਣ ਵਾਲਿਆਂ ਨੂੰ ਕਦੇ ਸੁੱਖ ਨਹੀਂ ਮਿਲਦਾ। ਇਹ ਦੁਰਯੋਧਨ ਨੇ ਯੁਧਿਸ਼ਟਰ ਨੂੰ ਮਜਬੂਰ ਕਰ ਲਿਆ ਜੂਆ ਖੇਡਣ ਵਾਸਤੇ। ਹੁਣ ਜਦੋਂ ਦੁਰਯੋਧਨ ਦੇ ਨਾਲ ਯੁਧਿਸ਼ਟਰ ਨੇ ਜੂਆ ਖੇਡਿਆ, ਹੁਣ ਜੂਏ ਦੀ ਕਿਰਪਾ ਐਸੀ ਹੋਈ ਜੂਏ ਦੇ ਵਿੱਚ ਸਭ ਕੁਝ ਹਾਰ ਗਏ। ਚੱਕਰਵਰਤੀ ਰਾਜੇ ਸੀ ਪਰ ਸਾਰਾ ਹਿੰਦੁਸਤਾਨ ਰਾਜ ਭਾਗ ਇਹ ਜੂਏ ਦੇ ਵਿੱਚ ਹਾਰ ਚੁੱਕਿਆ ਏ ਯੁਧਿਸ਼ਟਰ ਤੇ ਦੁਰਯੋਧਨ ਜਿੱਤ ਚੁੱਕਿਆ ਏ। ਹੁਣ ਜਦੋਂ ਸਭ ਕੁਝ ਇਹ ਜੂਏ ਦੇ ਵਿੱਚ ਹਾਰ ਗਏ ਪੰਜੇ ਪਾਂਡੋ, ਹੁਣ ਬਾਕੀ ਜਿਹੜੀ ਇਹਨਾਂ ਦੀ ਜ਼ਿੰਦਗੀ ਰਹਿੰਦੀ ਆ, ਜ਼ਿੰਦਗੀ ਦੇ ਨਿਰਵਾਹ ਵਾਸਤੇ ਇਹਨਾਂ ਦੇ ਕੋਲ ਕੁਝ ਨਹੀਂ। ਕਿਉਂਕਿ ਕੁੱਲੀ ਗੁੱਲੀ ਤੇ ਜੁੱਲੀ ਇਹ ਬਰਕਤ ਤੇ ਬਰਕਤ ਸਾਧੂਆਂ ਨੇ ਵੀ ਲੋੜ ਪੈਂਦੀ ਆ। ਕੁੱਲੀ ਗੁੱਲੀ ਤੇ ਜੁੱਲੀ, ਭੋਜਨ ਵਸਤਰ ਅਸਥਾਨ, ਪ੍ਰਾਣਾਂ ਦੇ ਆਧਾਰ ਵਾਸਤੇ ਭੋਜਨ ਦੀ ਲੋੜ ਪੈਂਦੀ ਆ। ਤਨ ਨੂੰ ਢਕਣ ਵਾਸਤੇ ਵਸਤਰਾਂ ਦੀ ਲੋੜ ਪੈਂਦੀ ਆ। ਮੀਂਹ ਬਾਰਿਸ਼ ਗਰਮੀ ਆਦਿਕ ਤੋਂ ਬਚਣ ਵਾਸਤੇ ਕਿਸੇ ਮਕਾਨ ਦੀ ਵੀ ਲੋੜ ਪੈਂਦੀ ਆ, ਮਕਾਨ। ਪਰ ਹੁਣ ਜਿਹੜੇ ਪੰਜੇ ਪਾਂਡੋ ਨੇ, ਇਹਨਾਂ ਪਾਂਡਵਾਂ ਦੇ ਕੋਲ ਰਹਿੰਦੀ ਬਕਾਇਆ ਜ਼ਿੰਦਗੀ ਦਾ ਨਿਰਵਾਹ ਕਰਨ ਵਾਸਤੇ ਕੁਝ ਨਾ ਰਿਹਾ, ਸਭ ਕੁਝ ਹਾਰ ਚੁੱਕੇ ਨੇ। ਇਹ ਪੰਜੇ ਪਾਂਡਵਾਂ ਨੇ ਇੱਕ ਦਿਨ ਸੋਚਿਆ ਕਿ ਕ੍ਰਿਸ਼ਨ ਭਗਵਾਨ ਜੀਆਂ ਨੂੰ ਜਾ ਕੇ ਪ੍ਰਾਰਥਨਾ ਕਰਦੇ ਹਾਂ, ਕਿਉਂਕਿ ਆਪਾਂ ਕਵਾਂਗੇ ਜਿਹੜਾ ਦੁਰਯੋਧਨ ਆ ਬੜਾ ਕਪਟੀ ਆ, ਬੜਾ ਹਿੰਡੀ ਆਦਮੀ ਆ। ਦੁਰਯੋਧਨ ਨੇ ਆਪਣਾ ਕਹਿਆ ਨਹੀਂ ਮੰਨਣਾ ਤੇ ਕ੍ਰਿਸ਼ਨ ਭਗਵਾਨ ਜੀਆਂ ਨੂੰ ਜਾ ਕੇ ਪ੍ਰਾਰਥਨਾ ਕਰਦੇ ਹਾਂ ਕਿ ਕ੍ਰਿਸ਼ਨ ਭਗਵਾਨ ਜੀ ਕਿਰਪਾ ਕਰੋ, ਦੁਰਯੋਧਨ ਨੂੰ ਜਾ ਕੇ ਇਹ ਕਹਿ ਦਿਓ ਕਿ ਭਵਾਂ ਕਿ ਕੱਲ੍ਹ ਦੇ ਦਿਨ ਪੰਜੇ ਪਾਂਡੋ ਚੱਕਰਵਰਤੀ ਰਾਜੇ ਸੀ, ਉਹਨਾਂ ਦਾ ਰਾਜ ਭਾਗ ਸੀ, ਪਰ ਜੂਏ ਦੀ ਕਿਰਪਾ ਦੇ ਨਾਲ ਸਭ ਕੁਝ ਹਾਰ ਚੁੱਕੇ ਨੇ। ਤੁਸੀਂ ਉਹਨਾਂ ਦੇ ਜੀਵਨ ਦੇ ਨਿਰਵਾਹ ਵਾਸਤੇ ਉਹਨਾਂ ਨੂੰ 5 ਪਿੰਡ ਦੇ ਦਿਓ, ਇੱਕ ਇੱਕ ਪਿੰਡ ਦੇ ਨਾਲ ਆਪਣਾ ਗੁਜ਼ਾਰਾ ਕਰ ਲੈਣਗੇ। ਉਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਜਾਇਦਾਦ ਹੋਵੇਗੀ ਉਹਦੇ ਨਾਲ ਉਹਨਾਂ ਦਾ ਨਿਰਵਾਹ ਹੋ ਹੀ ਜਾਣਾ। ਉਹਨਾਂ ਪਿੰਡਾਂ ਦੇ ਵਿੱਚ ਆਪਣੇ ਮਕਾਨ ਪਾ ਕੇ ਆਪਣੀ ਬਕਾਇਆ ਜ਼ਿੰਦਗੀ ਲੰਘਾ ਲੈਣਗੇ। ਤੇ ਤੁਸੀਂ ਕਿਰਪਾ ਕਰੋ, ਕ੍ਰਿਸ਼ਨ ਭਗਵਾਨ ਜੀਆਂ ਨੂੰ ਜਾ ਕੇ ਪ੍ਰਾਰਥਨਾ ਕਰਦੇ ਹਾਂ। ਇਹ ਪੰਜੇ ਪਾਂਡੋ ਯੁਧਿਸ਼ਟਰ, ਅਰਜੁਨ, ਨਕੁਲ, ਭੀਮ ਤੇ ਸਹਿਦੇਵ, ਪੰਜੇ ਪਾਂਡੋ ਆ ਕੇ ਕ੍ਰਿਸ਼ਨ ਭਗਵਾਨ ਜੀਆਂ ਨੂੰ ਨਮਸਕਾਰ ਕਰਦੇ ਨੇ। ਨਮਸਕਾਰ ਕਰਕੇ ਹੁਣ ਪ੍ਰਾਰਥਨਾ ਕਰਦੇ ਨੇ ਕਿ ਕ੍ਰਿਸ਼ਨ ਭਗਵਾਨ ਜੀ ਕਿਰਪਾ ਕਰੋ, ਦੁਰਯੋਧਨ ਨੂੰ ਜਾ ਕੇ ਕਹਿ ਦਿਓ ਕਿ ਸਾਡੇ ਜੀਵਨ ਦੇ ਨਿਰਵਾਹ ਵਾਸਤੇ 5 ਪਿੰਡ ਦਿੱਤੇ ਜਾਣ। ਉਹਨਾਂ ਦੇ ਰਾਜ ਭਾਗ ਦੇ ਵਿੱਚ ਅਸੀਂ ਕੋਈ ਦਾਖਲ ਨਹੀਂ ਦੇਣਾ, ਆਪਣੇ 5 ਪਿੰਡਾਂ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਲੈਣਾ ਏ। ਤੇ ਕਿਰਪਾ ਕਰੋ ਤੁਸੀਂ ਉਹਨਾਂ ਨੂੰ ਜਾ ਕੇ ਆਖੋ, ਬੜਾ ਹਿੰਡੀ ਆਦਮੀ ਆ, ਅਸੀਂ ਕਹਿਆ ਤੇ ਨਹੀਂ ਮੰਨਣਾ, ਤੁਸੀਂ ਕਿਰਪਾ ਕਰੋ। ਹੁਣ ਜਦੋਂ ਪੰਜੇ ਪਾਂਡਵਾਂ ਨੇ ਜਾ ਕੇ ਕ੍ਰਿਸ਼ਨ ਭਗਵਾਨ ਜੀਆਂ ਨੂੰ ਬੇਨਤੀ ਕੀਤੀ, ਪ੍ਰਾਰਥਨਾ, ਕ੍ਰਿਸ਼ਨ ਭਗਵਾਨ ਜੀ ਦੁਰਯੋਧਨ ਦੇ ਕੋਲ ਗਏ। ਦੁਰਯੋਧਨ ਨੂੰ ਜਾ ਕੇ ਆਖਿਆ, ਦੇਖ ਦੁਰਯੋਧਨ,
ਇਹ ਤੇ परमेश्वर दे रंग ने। छिन्मह राओ रंग को करई राओ रंग कर डारे। एक छिन्न दे विचों जिहड़ा परमेश्वर आ वो अमीर तो गरीब भी बना सकदा है। एक छिन्न दे विच गरीब नूं अमीर भी बना सकदा। ते जे किते वो परमेश्वर चाहे तो राजियां नूं भीख भी मंगण ला सकदा है। जे परमेश्वर चाहे तो भखारियां नूं राज भी करा सकदा। चित्तै अंदर सब को बेख नदरी हेठ चलाएंदा। आपे दे वड्याइयां आपे ही कर्म कराएंदा। बड़ो वड्डा वड मेदनी सिरे सिर धंधे लाएंदा। नदर उपट्ठी जे करे सुल्ताना काहो कराएंदा। एक खवाया सी का मुस्कां बन्नियां ने घाह खाण भी लाया सी राजे नूं। ओ परमेश्वर दा हुक्म हो जावे भखारी नूं राज भी करा सकदा है परमेश्वर। ते राजे नूं भीख मंगण भी ला सकदा है। पिंगले नूं पहाड़ ते भी चढ़ा सकदा परमेश्वर। पिंगल पर्वत पार परे खल चतुरब कीता। अंधले तिर भवन सूझिया गुर भेट पुनीता। महिमा साधु संग की सुनहो मेरे मीता। पिंगले नूं पहाड़ ते भी चढ़ा सकदा परमेश्वर। जे किते चाहे फिर गूंगियां नूं ज्ञान भी दे सकदा। ते गूंगे तो कथा दे अर्थ भी करा सकदा गुरबाणी दे। ओ परमेश्वर जिहड़ा ओ छिन्न दे विच गरीब भी बना सकदा। दुर्योधन ओ परमेश्वर की गति नूं कोई दुनिया ते जानन वाला नहीं आया। गत नह को जाने हर की गत नह को जाने। गत नह को जाने हर की गत नह को जाने। गत नह को जाने हर की गत नह को जाने। गत नहीं को जाने हर की गत नहीं को जाने। गत नहीं को जाने हर की गत नहीं को जाने। गत नहीं को जाने हर की गत नहीं को जाने। गत नह को जाने गत नह को जाने। गत नह को जाने हर की गत नह को जाने। गत नह को जाने हर की गत नह को जाने। गत को जाने हर की गत नह को जाने। गत नहीं को जाने हर की गत नहीं को जाने। गत नह को जाने हर की गत नह को जाने। हर की गत नह को जाने। जोगी जति तपी पचहारे अर बहु लोग सियाने। ओ परमेश्वर की गत नूं कोई नहीं जान सकदा। दुर्योधन पांडवां दे निर्वाह वास्ते भावां कि अज तू सब कुछ जुए दे विच जित चुकिया। अज उन्हां दे कोल कुछ नहीं रहिया। पर उन्हां दे जीवन दे निर्वाह वास्ते उन्हां नूं 5 पिंड दे दे। तेरे राज भाग दे विचों दाखल नहीं देणगे। उन्हां 5 पिंडां दे नाल अपने जीवन दा निर्वाह कर लैणगे। जदों कृष्ण भगवान जियां ने दुर्योधन नूं आखिया। दुर्योधन ने कृष्ण भगवान जियां नूं आखिया भगवान जी तुसीं आयो जी आया नूं। पर जिहड़ी तुसीं मंग लैके आयो ये ठीक नहीं लैके आए। तुसीं कहने उन्हां नूं 5 पिंड दे दईए। मैं तो उन्हां नूं सूई दे नक्के जिन्नी की भी जगह देण नूं तैयार नहीं। ठीक आ जंग कर लैण। जंग करके भावां के सारा राज भाग खो लैण। पर एवें मैं उन्होंने सूई दे नक्के जिन्नी की जगह नहीं दे सकता। कृष्ण भगवान जी कहते जेड़े राज भाग दे विच फुट पै जावे वो राज भाग नहीं रहिंदे।
ਜਿਹੜੀਆਂ ਕੌਮਾਂ ਦੇ ਵਿੱਚ ਫੁੱਟ ਪੈ ਜੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ। ਉਹ ਕੌਮਾਂ ਤਰੱਕੀ ਨਹੀਂ ਕਰਦੀਆਂ ਤੇ ਰਾਜ ਭਾਗ ਉਹ ਨਹੀਂ ਰਹਿੰਦੇ। ਜਿਹੜੇ ਪਰਿਵਾਰ ਦੇ ਵਿੱਚ ਫੁੱਟ ਪੈ ਜਾਵੇ, ਜਿਹੜੇ ਖਾਨਦਾਨ ਦੇ ਵਿੱਚ ਫੁੱਟ ਪੈ ਜਾਵੇ, ਉਹ ਖਾਨਦਾਨ ਨਹੀਂ ਰਹਿੰਦੇ। ਤੇ ਉਹ ਨੌਬਤ ਨਾ ਆ ਜਾਵੇ ਕਿਤੇ ਜੰਗ ਦੇ ਵਿੱਚ, ਮੈਦਾਨੇ ਜੰਗ ਦੇ ਵਿੱਚ ਲੜਾਈ ਸ਼ੁਰੂ ਹੋ ਜਾਵੇ, ਜੰਗ ਲੱਗ ਜਾਵੇ, ਬੜਿਆਂ ਦਾ ਨੁਕਸਾਨ ਹੋ ਜਾਣਾ, ਬੜਿਆਂ ਨੇ ਮਾਰਿਆ ਜਾਣਾ। ਉਹ ਕ੍ਰਿਸ਼ਨ ਭਗਵਾਨ ਜੀਆਂ ਨੇ ਆਖਿਆ ਜਿਹੜੇ ਪਾਂਡੂ ਨੇ ਉਹਨੇ ਧਰਮਾਤਮਾ ਬੰਦਾ ਕਦੇ ਐਸਾ ਕਦਮ ਨਹੀਂ ਚੱਕਦਾ, ਕਦੇ ਵੀ ਉਹ ਪਹਿਲ ਨਹੀਂ ਕਰਦਾ ਕਿ ਚੜ੍ਹ ਕੇ ਜਾਵੇਗਾ। ਧਰਮਾਤਮਾ ਬੰਦਾ ਸਦਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿੰਦਾ। ਉਹ ਨਹੀਂ ਚਾਹੁੰਦੇ ਵੀ ਜੰਗ ਕੀਤਾ ਜਾਵੇ। ਤੁਸੀਂ ਉਹਨਾਂ ਨੂੰ 5 ਪਿੰਡ ਦੇ ਦਿਓ, ਪਰ ਦੁਰਯੋਧਨ ਨਹੀਂ ਮੰਨਿਆ। ਕਹਿੰਦੇ ਮੈਂ ਐਵੇਂ ਉਹਨਾਂ ਨੂੰ 5 ਪਿੰਡ ਤੇ ਕੀ ਸੂਈ ਦੇ ਨੱਕੇ ਜਿੰਨੀ ਕੁ ਜਗ੍ਹਾ ਨਹੀਂ ਦੇਣੀ। ਕ੍ਰਿਸ਼ਨ ਭਗਵਾਨ ਜੀ ਵਾਪਸ ਆਏ। ਕ੍ਰਿਸ਼ਨ ਭਗਵਾਨ ਜੀ ਵਾਪਸ ਆਏ ਤੇ ਕ੍ਰਿਸ਼ਨ ਭਗਵਾਨ ਜੀਆਂ ਨੇ 5 ਪਾਂਡਵਾਂ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਹੋ ਛਤਰੀ ਪੁੱਤਰ, ਛਤਰੀ ਦਾ ਆਪਣੇ ਹੱਕ ਵਾਸਤੇ ਲੜਨਾ, ਆਪਣੇ ਹੱਕ ਨੂੰ ਲੈਣ ਵਾਸਤੇ ਲੜਨਾ, ਇਹ ਧਰਮ ਛਤਰੀਆਂ ਦਾ ਧਰਮ ਆ। ਤੁਸੀਂ ਆਪਣੇ ਹੱਕ ਨੂੰ ਲੈਣ ਵਾਸਤੇ ਦੁਰਯੋਧਨ ਚਾਹੁੰਦਾ ਵੀ ਜੰਗ ਕੀਤਾ ਜਾਵੇ, ਜੰਗ ਕਰਕੇ ਭਾਵੇਂ ਕਿ ਸਾਰਾ ਹੀ ਰਾਜ ਭਾਗ ਖੋਹ ਲੈਣ, ਉਹਦਾ ਮਨ ਕਰਦਾ ਵੀ ਜੰਗ ਕੀਤਾ ਜਾਵੇ। ਛਤਰੀਆਂ ਦਾ ਆਪਣੇ ਹੱਕ ਲੈਣ ਵਾਸਤੇ ਧਰਮ ਆ। ਤੁਸੀਂ ਹੋ ਛਤਰੀ ਪੁੱਤਰ, ਫਿਰ ਆਪਣੇ ਹੱਕ ਨੂੰ ਲੈਣ ਵਾਸਤੇ ਤਿਆਰ ਹੋ ਜਾਓ, ਜੰਗ ਕਰਨ ਵਾਸਤੇ ਤਿਆਰ ਹੋ ਜਾਓ। ਕ੍ਰਿਸ਼ਨ ਭਗਵਾਨ ਜੀਆਂ ਨੇ 5 ਪਾਂਡਵਾਂ ਨੂੰ ਹੁਕਮ ਕੀਤਾ ਤੇ ਕ੍ਰਿਸ਼ਨ ਭਗਵਾਨ ਜੀਆਂ ਨੇ ਆਪ ਹੁਕਮ ਕੀਤਾ ਸੀ ਅਰਜੁਨ ਦਾ, ਭਾਵੇਂ ਕਿ ਕੋਈ ਸ਼ਾਸਤਰ ਨਹੀਂ ਧਾਰਨ ਕਰਨਾ, ਅਸੀਂ ਅਰਜੁਨ ਦੇ ਰਥ ਨੂੰ ਹੱਕਣਾ ਏ, ਕੋਈ ਸ਼ਾਸਤਰ ਨਹੀਂ ਧਾਰਨ ਕਰਨਾ। ਅੰਤਰੀਵ ਭਾਵ ਦੇ ਨਾਲ, ਅੰਦਰਲੀ ਤਾਕਤ ਦੇ ਨਾਲ ਕੰਮ ਕਰਨਾ ਏ, ਜਿਹੜੀ ਤਾਕਤ ਦੁਨੀਆ ਦੇ ਵਿੱਚ ਕਿਸੇ ਦੇ ਕੋਲ ਨਹੀਂ, ਜਿਹੜੀ ਉਹ ਪਰਮੇਸ਼ਰ ਨੇ ਤਾਕਤ ਦੇ ਦੇਣੀ ਆ। ਦੁਨੀਆ ਦੇ ਵਿੱਚ ਭਾਵੇਂ ਕਿ ਕਿੰਨੀ ਕੁ ਸੈਨਾ ਇਕੱਠੀ ਹੋ ਜਾਵੇ, ਸਾਰੀ ਸੈਨਾ ਨੂੰ ਇੱਕੋ ਹੀ ਬਹੁਤ ਆ। ਕਲਗੀਧਰ ਪਾਤਸ਼ਾਹ ਦੇ ਸਿੱਖ ਕੱਲੇ ਨੇ 1.25 ਲੱਖ ਦੇ ਨਾਲ ਜੰਗ ਕੀਤਾ। ਕਿਵੇਂ ਕੀਤਾ? ਕਿਉਂਕਿ ਤਾਕਤ ਕਲਗੀਧਰ ਪਾਤਸ਼ਾਹ ਜੀ ਬਖਸ਼ਦੇ ਰਹੇ। ਹੱਥ ਕਲਗੀਧਰ ਪਾਤਸ਼ਾਹ ਦਾ ਸੀ ਤੇ ਕਿਰਪਾ ਕਲਗੀਧਰ ਪਾਤਸ਼ਾਹ ਦੀ, ਗੜੀ ਚਮਕੌਰ ਤੇ ਖੜ ਕੇ ਕਿਰਪਾ ਬਖਸ਼ਦੇ ਰਹੇ। ਤਾਕਤ, ਹਿੰਮਤ ਤੇ ਦਲੇਰੀ ਬਖਸ਼ਦੇ ਰਹੇ ਤੇ 1.25 ਲੱਖ ਦੇ ਨਾਲ ਕੱਲੇ ਨੇ ਜੰਗ ਕੀਤਾ। ਗੁਰੂ ਦੀ ਕਿਰਪਾ ਹੋ ਜਾਵੇ ਤੇ ਗੁਰੂ ਦੀ ਕਿਰਪਾ ਦੁਆਰਾ ਫਿਰ ਕਦੇ ਵੀ ਕੋਈ ਹਾਰਦਾ ਨਹੀਂ। ਜਿਹਦੇ ਵੱਲੋਂ ਪਰਮੇਸ਼ਰ ਹੋ ਜਾਵੇ, ਜਿਹਦੇ ਹੋਵੇ ਵੱਲ, ਉਹ ਕਦੇ ਨਾ ਹਾਰਦਾ। ਜਿਹਦੇ ਵੱਲ ਪਰਮੇਸ਼ਰ ਹੋ ਜਾਵੇ ਉਹਦੀ ਕਦੇ ਹਾਰ ਹੀ ਨਹੀਂ ਹੁੰਦੀ। ਉਹ ਕਦੇ ਵੀ ਦੁਨੀਆ ਦੇ ਵਿੱਚ ਹਾਰਦਾ ਨਹੀਂ, ਉਹਦੀ ਸਦਾ ਹੀ ਜੈ ਜੈਕਾਰ ਹੁੰਦੀ ਆ। ਕ੍ਰਿਸ਼ਨ ਭਗਵਾਨ ਜੀਆਂ ਨੇ ਹੁਕਮ ਕੀਤਾ ਤੇ 5 ਪਾਂਡੋ ਤਿਆਰ ਹੋਏ ਨੇ। ਕ੍ਰਿਸ਼ਨ ਭਗਵਾਨ ਜੀ ਅਰਜੁਨ ਦਾ ਰਥ ਹੱਕ ਰਹੇ ਨੇ। ਹੁਣ ਜਦੋਂ ਕੁਰੂਕਸ਼ੇਤਰ ਦੇ ਵਿੱਚ ਮਹਾਭਾਰਤ ਦਾ ਯੁੱਧ ਹੋਇਆ, ਕਿੰਨੀ ਸੈਨਾ ਇਕੱਠੀ ਹੋਈ, 18 ਖੂਹਣੀਆਂ ਦੀ ਸੈਨਾ ਇਕੱਠੀ ਹੋਈ। ਜੇ ਕਿਤੇ ਇੱਕ ਖੂਹਣੀ ਦੀ ਸੈਨਾ ਲਾਈਏ, ਇੱਕ ਖੂਹਣੀ ਦੀ ਸੈਨਾ ਇਕੱਠੀ ਹੋਵੇ, ਇੱਕ ਖੂਹ ਦੇ ਨੇੜੇ ਦੀ ਕਹਿੰਦੇ ਬੜੀ ਫੌਜ ਲੰਘ ਜਾਵੇ, ਬੜੀ ਸੈਨਾ ਲੰਘ ਜਾਵੇ, ਰਥ ਲੰਘ ਜਾਣ, ਹਾਥੀ ਲੰਘ ਜਾਣ, ਉਹ ਸੈਨਾ ਦੇ ਨਾਲ, ਹਾਥੀਆਂ ਦੇ ਨਾਲ, ਰਥਾਂ ਦੇ ਨਾਲ ਜਿਹੜੀ ਧੂੜ ਉੱਡ ਰਹੀ ਆ, ਉਹ ਧੂੜ ਖੂਹ ਦੇ ਵਿੱਚ ਪਈ ਜਾਵੇ
ਜਦੋਂ ਇੱਕ ਖੂਹ ਭਰੇਗਾ ਤੇ ਇੱਕ ਖੂਹਣੀ ਦੀ ਸੈਨਾ ਇਕੱਠੀ ਹੋਵੇਗੀ, ਪਰ ਉੱਥੇ ਕਹਿੰਦੇ 18 ਖੂਹਣੀਆਂ ਦੀ ਸੈਨਾ ਇਕੱਠੀ ਹੋਈ, ਕਰੋੜਾਂ ਅਰਬਾਂ ਦੀ ਸੈਨਾ ਇਹ ਮਹਾਭਾਰਤ ਦੇ ਯੁੱਧ ਵੇਲੇ ਇਕੱਠੀ ਹੋਈ। ਜਦੋਂ ਕੈਰਵਾਂ ਤੇ ਪਾਂਡਵਾਂ ਦਾ ਯੁੱਧ ਲੱਗਿਆ, ਇਹ ਕਰੋੜਾਂ ਦੀ ਸੈਨਾ ਇਕੱਠੀ ਹੋਈ ਆ ਤੇ ਜੰਗ ਸ਼ੁਰੂ ਹੋ ਗਿਆ। ਹੁਣ ਜੰਗ ਚੱਲ ਰਿਹਾ ਤੇ ਕ੍ਰਿਸ਼ਨ ਭਗਵਾਨ ਜੀ ਆਪਣੀ ਕਿਰਪਾ ਕਰ ਰਹੇ ਨੇ, ਰਹਿਮਤ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ ਇਹ ਜਿਹੜੇ ਪਾਂਡੋ ਸੀ ਜੰਗ ਜਿੱਤ ਚੁੱਕੇ ਨੇ। ਇਕੱਲੇ ਜੰਗ ਨਹੀਂ ਜਿੱਤੇ, ਇਹ ਜਿਹੜਾ ਦੁਰਯੋਧਨ ਹੰਕਾਰੀ ਸੀ ਇਹ ਖਤਮ ਵੀ ਹੋ ਗਿਆ, ਮਾਰਿਆ ਗਿਆ। ਤੇ ਭਗਤ ਨਾਮਦੇਵ ਜੀਆਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਤੇ ਭਗਤ ਨਾਮਦੇਵ ਜੀ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸਿਵਾਈ, 12 ਜੋਜਨ ਛਤਰ ਚਲੈ ਥਾ ਦੇਹੀ ਗਿਜਰ ਨਾ ਖਾਈ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਕੈਰੋਂ ਕਰਤੇ, 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 ਮੇਰੀ ਮੇਰੀ ਕੈਰੋਂ ਕਰਤੇ। ਕੈਰੋਂ ਕਰਤੇ, 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 ਕੈਰੋਂ ਕਰਤੇ। ਮੇਰੀ ਮੇਰੀ ਕੈਰੋਂ ਕਰਤੇ, 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 ਮੇਰੀ ਮੇਰੀ ਕੈਰੋਂ ਕਰਤੇ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਭਗਤ ਨਾਮਦੇਵ ਜੀ ਜ਼ਿਕਰ ਕਰਦੇ ਨੇ, ਕਹਿੰਦੇ ਇੱਥੇ ਮੇਰੀ ਮੇਰੀ ਕਰਨ ਵਾਲੇ ਕੈਰੋਂ ਜਿਨ੍ਹਾਂ ਨੂੰ ਬੜਾ ਹੰਕਾਰ ਸੀ ਦੁਰਯੋਧਨ, ਤੇ ਬੜੇ ਹੰਕਾਰ ਦੇ ਨਾਲ ਕ੍ਰਿਸ਼ਨ ਭਗਵਾਨ ਜੀਆਂ ਨੇ ਆਖਿਆ 5 ਪਿੰਡ ਦੇ ਦਿਓ, ਪਰ ਦੁਰਯੋਧਨ ਨਹੀਂ ਮੰਨਿਆ। ਉਹ ਦੁਰਯੋਧਨ ਦਾ ਜਿਹੜਾ ਹੰਕਾਰ ਸੀ, ਦੁਰਯੋਧਨ ਦੇ ਹੰਕਾਰ ਨੂੰ
ਦੁਰਯੋਧਨ ਨੂੰ ਖਤਮ ਕਰ ਦਿੱਤਾ। ਦੁਰਯੋਧਨ ਦੇ ਹੰਕਾਰ ਨੇ ਅੱਜ ਰਾਜ ਭਾਗ ਵੀ ਹਾਰ ਚੁੱਕਿਆ ਏ, ਤੇ ਕੱਲਾ ਰਾਜ ਭਾਗ ਨਹੀਂ, ਆਪ ਵੀ ਦੁਨੀਆ ਤੇ ਨਹੀਂ ਰਿਹਾ, ਖਤਮ ਹੋ ਗਿਆ। ਇਹ ਜਿਹੜੇ ਪੰਜੇ ਪਾਂਡੋ ਸਨ, ਤੇ ਪੰਜੇ ਪਾਂਡੋ ਪਹਿਲਾਂ ਵੀ ਚੱਕਰਵਰਤੀ ਰਾਜੇ ਸੀ, ਤੇ ਜੂਏ ਦੇ ਨਾਲ ਰਾਜ ਭਾਗ ਭੰਮਾ ਕੇ ਹਾਰ ਚੁੱਕੇ ਸੀ। ਪਰ ਜਦੋਂ ਦੁਰਯੋਧਨ ਨਾ ਮੰਨਿਆ, ਇਹ ਯੁੱਧ ਹੋਇਆ ਤੇ ਪੰਜੇ ਪਾਂਡੋ ਜਿੱਤ ਗਏ। ਅੱਜ ਫੇਰ ਚੱਕਰਵਰਤੀ ਰਾਜੇ ਨੇ, ਅੱਜ ਫੇਰ ਉਹਨਾਂ ਦਾ ਰਾਜ ਭਾਗ ਹੋਇਆ। ਅੱਜ ਫੇਰ ਚੱਕਰਵਰਤੀ ਰਾਜਾ ਹੋਇਆ ਯੁਧਿਸ਼ਟਰ, ਚੱਕਰਵਰਤੀ ਰਾਜਾ। ਹੁਣ ਜਦੋਂ ਰਾਜ ਭਾਗ ਮਿਲ ਚੁੱਕਿਆ, ਇਹਨਾਂ ਦੀ ਜਿੱਤ ਹੋ ਗਈ। ਹੁਣ ਪੰਜੇ ਪਾਂਡੋ ਆਏ ਕ੍ਰਿਸ਼ਨ ਭਗਵਾਨ ਜੀਆਂ ਦੇ ਕੋਲ। ਕ੍ਰਿਸ਼ਨ ਭਗਵਾਨ ਜੀਆਂ ਨੂੰ ਆ ਕੇ ਪ੍ਰਾਰਥਨਾ ਕਰਦੇ ਨੇ, ਭਗਵਾਨ ਜੀ ਸਾਡਾ ਮਨ ਨਹੀਂ ਸੀ ਕਰਦਾ ਵੀ ਅਸੀਂ ਉਹਨਾਂ ਦੇ ਨਾਲ ਜੰਗ ਕਰੀਏ, ਮਨ ਨਹੀਂ ਸੀ ਕਰਦਾ ਵੀ ਉਹਨਾਂ ਨਾਲ ਝਗੜਾ ਕਰੀਏ, ਕਿਉਂਕਿ ਜਦੋਂ ਜੰਗ ਹੁੰਦੇ ਨੇ, ਝਗੜਾ ਹੁੰਦਾ, ਕਈ ਰਿਸ਼ਤੇਦਾਰ ਮਾਰੇ ਜਾਂਦੇ ਨੇ, ਕਈ ਬੱਚੇ ਵੀ ਮਾਰੇ ਜਾਂਦੇ ਨੇ, ਕਈ ਰੱਬ ਦੇ ਪਿਆਰੇ ਫਕੀਰ ਵੀ ਮਾਰੇ ਜਾਂਦੇ ਨੇ, ਬੜੇ ਧਰਮਾਤਮਾ ਮਾਰੇ ਜਾਂਦੇ ਨੇ। ਕ੍ਰਿਸ਼ਨ ਭਗਵਾਨ ਜੀ ਸਾਡਾ ਮਨ ਨਹੀਂ ਸੀ ਕਰਦਾ ਵੀ ਅਸੀਂ ਜੰਗ ਕਰੀਏ, ਪਰ ਸਾਨੂੰ ਜੰਗ ਕਰਨ ਵਾਸਤੇ ਮਜਬੂਰ ਕੀਤਾ ਗਿਆ। ਉਹ ਮੈਦਾਨੇ ਜੰਗ ਦੇ ਵਿੱਚ 45 ਲੱਖ ਬੰਦਾ ਮਾਰਿਆ ਗਿਆ। ਹੁਣ 45 ਲੱਖ ਬੰਦਿਆਂ ਦੇ ਵਿੱਚੋਂ ਸਾਡੇ ਕੋਲੋਂ ਬੜਾ ਪਾਪ ਹੋਇਆ, ਬੜੇ ਧਰਮਾਤਮਾ ਵੀ ਮਾਰੇ ਗਏ, ਬੱਚੇ ਬਜ਼ੁਰਗ ਵੀ ਮਾਰੇ ਗਏ, ਤੇ ਕਿਰਪਾ ਕਰੋ ਸਾਡੇ ਕੋਲੋਂ ਕੋਈ ਐਸਾ ਕਰਮ ਕਰਵਾ ਦਿਓ, ਕੋਈ ਪਰਸਾ ਚਿੱਤ ਕਰਵਾ ਦਿਓ ਜਿਸ ਕਰਮ ਦੇ ਨਾਲ ਸਾਡੇ ਉਹ ਪਾਪ ਧੋਤੇ ਜਾਣ, ਅੱਗੇ ਜਾ ਕੇ ਸਾਨੂੰ ਲੇਖਾ ਨਾ ਦੇਣਾ ਪਵੇ। ਕ੍ਰਿਸ਼ਨ ਭਗਵਾਨ ਜੀਆਂ ਨੇ ਆਖਿਆ ਕਿ ਤੁਹਾਡੇ ਪਾਪ ਧੋਣ ਵਾਸਤੇ ਇੱਕ ਐਸਾ ਕਰਮ ਕਰਵਾਉਂਦੇ ਹਾਂ, ਇੱਕੋ ਕਰਮ ਦੇ ਨਾਲ ਤੁਹਾਨੂੰ ਅੱਗੇ ਜਾ ਕੇ ਲੇਖਾ ਨਹੀਂ ਦੇਣਾ ਪਵੇਗਾ। ਇੱਕ ਅਸਮੇਧ ਜਗ, ਤ੍ਰੇਤੇ ਯੁੱਗ ਦੇ ਵਿੱਚ ਜਗ ਕੀਤੇ ਜਾਂਦੇ ਸੀ। ਸਤਯੁਗ ਸਤ, ਤ੍ਰੇਤਾ ਯੁਗੀ। ਜਿਹੜਾ ਯੁਧਿਸ਼ਟਰ ਸੀ, ਇਹਨੂੰ ਸਤਿਆਵਾਦੀ ਮੰਨਿਆ ਜਾਂਦਾ ਸੀ, ਕਿਉਂਕਿ ਦੁਸ਼ਮਣ ਦੇ ਕੋਲ ਜਾ ਕੇ ਵੀ ਸੱਚ ਬੋਲਦਾ ਸੀ। ਯੁਧਿਸ਼ਟਰ ਚੱਕਰਵਰਤੀ ਰਾਜਾ, ਇਹਨੂੰ ਸਤਿਆਵਾਦੀ ਮੰਨਿਆ ਜਾਂਦਾ ਸੀ। ਦੁਸ਼ਮਣ ਦੇ ਕੋਲ ਜਾ ਕੇ ਵੀ ਇਹਨੇ ਸੱਚ ਬੋਲਣਾ, ਝੂਠ ਨਹੀਂ ਸੀ ਬੋਲਦਾ, ਸੱਚ ਕਹਿ ਦੇਣਾ, ਤੇ ਸਤਿਆਵਾਦੀ ਇਹਨੂੰ ਮੰਨਿਆ ਜਾਂਦਾ। ਸਤਯੁਗ ਦੇ ਵਿੱਚ ਸਤ ਪ੍ਰਤੱਗੀ ਹੋਣਾ, ਆਪਣੇ ਧਰਮ ਤੇ ਪੱਕਿਆਂ ਰਹਿਣਾ ਜੀਵ ਦਾ ਭਲਾ ਮੰਨਿਆ ਜਾਂਦਾ। ਫਿਰ ਆਇਆ ਤ੍ਰੇਤਾ ਯੁੱਗ। ਸਤਯੁਗ ਸਤ, ਤ੍ਰੇਤਾ ਯੁਗੀ। ਤ੍ਰੇਤੇ ਯੁੱਗ ਦੇ ਵਿੱਚ ਜਗ ਕਰਨ ਦੀ ਮਰਜ਼ਾਦਾ ਚੱਲੀ। ਹਾਥੀ ਮੇਧ ਜਗ, ਗੈਂਡਾ ਮੇਧ ਜਗ, ਗਊ ਮੇਧ ਜਗ, ਰਾਜਸੀ ਜਗ, ਤਾਮਸੀ ਜਗ, ਸਾਤਕੀ ਜਗ। ਇਸ ਤਰ੍ਹਾਂ ਦੇ ਜਗ ਹੋਣੇ ਜਿਨ੍ਹਾਂ ਦੇ ਵਿੱਚ ਕਰੋੜਾਂ ਅਰਬਾਂ ਰੁਪਇਆ ਖਰਚ ਹੁੰਦਾ, ਲੱਖਾਂ ਮਜ਼ਦੂਰ ਉਹਦੇ ਵਿੱਚ ਕੰਮ ਕਰਦਾ। ਇਸ ਤਰ੍ਹਾਂ ਦੇ ਜਗ। ਤ੍ਰੇਤੇ ਯੁੱਗ ਦੇ ਵਿੱਚ ਜਗ ਕਰਨ ਦੀ ਮਰਜ਼ਾਦਾ ਚੱਲੀ। ਦੁਆਪਰ ਪੂਜਾ 4, ਫਿਰ ਦੁਆਪਰ ਆਇਆ। ਦੁਆਪਰ ਦੇ ਵਿੱਚ ਪੂਜਾ ਕਰਕੇ ਜੀਵ ਦਾ ਭਲਾ ਮੰਨਿਆ ਜਾਂਦਾ। ਹੁਣ ਕ੍ਰਿਸ਼ਨ ਭਗਵਾਨ ਜੀਆਂ ਨੇ ਇਹ ਪੰਜੇ ਪਾਂਡਵਾਂ ਨੂੰ ਹੁਕਮ ਕੀਤਾ ਕਿ ਇੱਕ ਐਸਾ ਕਰਮ ਕਰਵਾਇਆ ਜਾਵੇਗਾ। ਦੁਆਪਰ ਪੂਜਾ 4, ਦੁਆਪਰ ਦੇ ਵਿੱਚ ਪੂਜਾ ਕਰਨ ਦੀ ਮਰਜ਼ਾਦਾ ਚੱਲੀ। ਦੁਆਪਰ ਲੰਘਿਆ, ਕਲਯੁਗ ਆਇਆ। ਤਿੰਨੋਂ ਯੁੱਗ, ਤਿੰਨੋਂ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਇਹ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਪ ਕੇ, ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਸੁਣ ਕੇ ਜੀਵ ਦਾ ਭਲਾ ਮੰਨਿਆ ਜਾਂਦਾ। ਹੁਣ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀਆਂ ਨੇ ਪਾਂਡਵਾਂ ਨੂੰ ਹੁਕਮ ਕੀਤਾ ਇੱਕ ਅਸਮੇਧ ਜਗ ਕੀਤਾ ਜਾਵੇਗਾ। ਅਸਮੇਧ ਜਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀਆਂ ਨੇ ਮਰਜ਼ਾਦਾ ਦੱਸ ਦਿੱਤੀ, ਤੇ ਲੱਖਾਂ ਜੀ ਦੇ ਵਿੱਚ ਮਜ਼ਦੂਰ ਨੇ ਕੰਮ ਕਰਨਾ, ਕਰੋੜਾਂ ਅਰਬਾਂ ਰੁਪਇਆ ਖਰਚ ਵੀ ਹੋਣਾ।
ਤੇ ਕ੍ਰਿਸ਼ਨ ਭਗਵਾਨ ਜੀਆਂ ਨੇ ਪੰਜੇ ਪਾਂਡਵਾਂ ਨੇ ਪ੍ਰਾਰਥਨਾ ਕੀਤੀ ਕਿ ਭਗਵਾਨ ਜੀ ਇੰਨੀ ਮਸਕਤ ਵੀ ਕੀਤੀ ਜਾਣੀ ਆ, ਇੰਨੀ ਮਾਇਆ ਵੀ ਖਰਚ ਕੀਤੀ ਜਾਣੀ ਆ, ਇੰਨਾ ਸਮਾਂ ਵੀ ਲੱਗਣਾ, ਇਹ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਜੱਗ ਸੰਪੂਰਨ ਹੋ ਗਿਆ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਇੱਕ ਉੱਚੀ ਥਾਂ ਤੇ ਸ਼ੰਖ ਰੱਖਿਆ ਜਾਵੇਗਾ, ਜਦੋਂ ਜੱਗ ਸੰਪੂਰਨ ਹੋਵੇਗਾ ਤੇ ਆਪਣੇ ਆਪ ਉਹ ਸ਼ੰਖ ਨੇ ਆਵਾਜ਼ ਦੇ ਦੇਣੀ ਆ। ਜਦੋਂ ਆਵਾਜ਼ ਦਿੱਤੀ ਜਾਵੇਗੀ ਸਮਝੋ ਵੀ ਇਹ ਜੱਗ ਸੰਪੂਰਨ ਹੋ ਗਿਆ। ਕ੍ਰਿਸ਼ਨ ਭਗਵਾਨ ਜੀਆਂ ਦਾ ਪੰਜੇ ਪਾਂਡਵਾਂ ਨੇ ਹੁਕਮ ਮੰਨਿਆ ਤੇ ਹੁਕਮ ਕੀਤਾ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਹੁਕਮ ਕਰ ਦਿਓ, ਬੇਨਤੀਆਂ ਕਰ ਦਿਓ, ਨਿਮੰਤਰਣ ਦੇ ਦਿਓ ਕਿ ਸਾਰੇ ਹਿੰਦੁਸਤਾਨ ਦੇ ਭਗਤ, ਰੱਬ ਦੇ ਪਿਆਰੇ ਮਹਾਂਪੁਰਖ, ਸੰਤ, ਗਰੀਬ ਸਾਰਿਆਂ ਨੂੰ ਨਿਮੰਤਰਣ ਦੇ ਦਿਓ ਕਿ ਸਾਡੇ ਅਸਮੇਧ ਜੱਗ ਦੇ ਵਿੱਚ ਹਾਜ਼ਰ ਹੋਣਾ। ਹੁਣ ਕ੍ਰਿਸ਼ਨ ਭਗਵਾਨ ਜੀਆਂ ਦਾ ਹੁਕਮ ਮੰਨ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਨਿਮੰਤਰਣ ਦਿੱਤੇ ਗਏ ਜਿੰਨੇ ਵੀ ਭਗਤ ਨੇ, ਕਿਉਂਕਿ ਸਾਡਾ ਜਿਹੜਾ ਦੇਸ਼ ਆ ਇਹ ਰਿਸ਼ੀਆਂ ਮੁਨੀਆਂ ਭਗਤਾਂ ਸੰਤਾਂ ਦਾ ਦੇਸ਼ ਮੰਨਿਆ ਗਿਆ, ਭਾਵ ਕਿ ਸਭ ਤੋਂ ਜ਼ਿਆਦਾ ਚੰਗਾ, ਸਭ ਤੋਂ ਜ਼ਿਆਦਾ ਵਧੀਆ ਸਾਡਾ ਦੇਸ਼। ਜਿਸ ਦੇਸ਼ ਦੇ ਵਿੱਚ ਰਿਸ਼ੀਆਂ ਮੁਨੀਆਂ ਭਗਤਾਂ ਨੇ ਜਨਮ ਲਿਆ, ਅਵਤਾਰ ਧਾਰਿਆ, ਗੁਰੂਆਂ ਨੇ ਚਰਨ ਪਾਏ ਤੇ ਸਾਡੇ ਨਗਰਾਂ ਨੂੰ, ਸ਼ਹਿਰਾਂ ਨੂੰ ਪਵਿੱਤਰ ਕੀਤਾ। ਜਿੱਧਰ ਨੂੰ ਮਰਜ਼ੀ ਚਲੇ ਜਾਓ, ਗੁਰੂਆਂ ਨੇ ਸਾਡੇ ਦੇਸ਼ ਦੀ ਧਰਤੀ ਨੂੰ ਪਵਿੱਤਰ ਕੀਤਾ ਏ। ਆ ਧੰਗੇੜਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਚਰਨ ਪਾਏ ਤੇ ਧੰਗੇੜਾ ਜਿਹਨੂੰ ਕੋਈ ਨਹੀਂ ਸੀ ਜਾਣਦਾ, ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ, ਅੱਜ ਦੁਨੀਆ ਦੇ ਲੋਕ ਧੰਗੇੜਾ ਸਾਹਿਬ ਕਹਿੰਦੇ ਨੇ। ਇੱਥੋਂ ਅੱਗੇ ਚਲੇ ਜਾਓ, ਰੋਹਟਾ ਸਾਹਿਬ ਜਿਹਨੂੰ ਕੋਈ ਨਹੀਂ ਸੀ ਜਾਣਦਾ, ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਹੋਈ, ਅੱਜ ਰੋਹਟਾ ਸਾਹਿਬ ਦੁਨੀਆ ਦੇ ਵਿੱਚ ਦੁਨੀਆ ਦੇ ਲੋਕ ਯਾਦ ਕਰਦੇ ਨੇ। ਇੱਧਰ ਨੂੰ ਚਲੇ ਜਾਓ, ਸਿੰਬੜੋ, ਅਗੌਲ, ਚਾਸਵਾਲ, ਸਾਡੇ ਦੇਸ਼ ਦੀ ਧਰਤੀ ਦਾ ਕਣ ਕਣ ਪਵਿੱਤਰ ਕੀਤਾ। ਨਗਰਾਂ ਦੇ ਵਿੱਚ ਚਰਨ ਪਾਏ ਤੇ ਨਗਰਾਂ ਦੇ ਵਿੱਚ ਚਰਨ ਪਾ ਕੇ ਸਾਡੇ ਧਰਤੀ ਨੂੰ ਪਵਿੱਤਰ ਕੀਤਾ, ਧਰਤੀ ਦਾ ਕਣ ਕਣ ਪਵਿੱਤਰ ਕੀਤਾ। ਜਿੱਥੇ ਵੀ ਚਰਨ ਪਾਏ ਅੱਜ ਮੇਲੇ ਲੱਗਦੇ ਨੇ, ਉਹਨਾਂ ਦੀ ਕਿਰਪਾ ਦੁਆਰਾ ਸੰਗਤਾਂ ਲਾਹਾ ਲੈਂਦੀਆਂ ਨੇ। ਰਿਸ਼ੀਆਂ ਮੁਨੀਆਂ ਭਗਤਾਂ ਦਾ ਦੇਸ਼ ਮੰਨਿਆ ਗਿਆ। ਜਿਸ ਦੇਸ਼ ਦੇ ਵਿੱਚ ਰਿਸ਼ੀਆਂ ਮੁਨੀਆਂ ਭਗਤਾਂ ਨੇ ਅਵਤਾਰ ਧਾਰਿਆ, ਜਨਮ ਹੋਏ, ਤੇ ਕ੍ਰਿਸ਼ਨ ਭਗਵਾਨ ਜੀਆਂ ਦਾ ਹੁਕਮ ਮੰਨ ਕੇ ਜਿੰਨੇ ਵੀ ਭਗਤ ਨੇ, ਰੱਬ ਦੇ ਪਿਆਰੇ ਫਕੀਰ ਨੇ, ਮਹਾਂਪੁਰਖ ਨੇ, ਰਿਸ਼ੀਆਂ ਮੁਨੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਨਿਮੰਤਰਣ ਦਿੱਤਾ ਕਿ ਅਸਮੇਧ ਜਗ ਕੀਤਾ ਜਾਣਾ ਏ। ਅਸਮੇਧ ਜਗ ਦੇ ਵਿੱਚ ਸਾਡੇ ਗ੍ਰਹਿ ਵਿਖੇ ਸਾਰਿਆਂ ਨੇ ਪਹੁੰਚਣਾ ਏ। ਗਰੀਬਾਂ ਨੂੰ ਵੀ ਸਾਰਿਆਂ ਨੂੰ ਬੁਲਾਇਆ ਗਿਆ। ਅਸਮੇਧ ਜਗ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਅਸਮੇਧ ਜਗ ਦੀਆਂ ਤਿਆਰੀਆਂ ਹੋ ਰਹੀਆਂ ਨੇ। ਕ੍ਰਿਸ਼ਨ ਭਗਵਾਨ ਜੀਆਂ ਨੇ ਰੱਬ ਦੇ ਪਿਆਰਿਆਂ ਦੇ ਚਰਨ ਧੋਣ ਦੀ ਸੇਵਾ ਲੈ ਲਈ। ਚਰਨ ਧੋਣ ਦੀ ਸੇਵਾ ਲੈ ਲਈ। ਜਿੰਨੇ ਵੀ ਸਾਧੂ ਮਹਾਤਮਾ ਆ ਰਹੇ ਨੇ, ਕ੍ਰਿਸ਼ਨ ਭਗਵਾਨ ਜੀ ਚਰਨ ਧੋ ਰਹੇ ਨੇ। ਅਸਮੇਧ ਜਗ ਦੀਆਂ ਤਿਆਰੀਆਂ ਚੱਲਦੀਆਂ ਰਹੀਆਂ। ਅਸਮੇਧ ਜਗ ਨੂੰ ਕਰਨ ਵਾਸਤੇ ਕਰੋੜਾਂ ਅਰਬਾਂ ਰੁਪਇਆ ਖਰਚ ਵੀ ਹੋਇਆ। ਲੱਖਾਂ ਮਜ਼ਦੂਰ ਉਹਦੇ ਵਿੱਚ ਕੰਮ ਵੀ ਕਰਨ ਆਏ। ਪਰ ਜਦੋਂ ਜੱਗ ਦੀ ਸਮਾਪਤੀ ਹੋਈ, ਜੱਗ ਹੋਇਆ ਤੇ ਸੰਪੂਰਨਤਾਈ ਦੀ ਜਿਹੜੀ ਨਿਸ਼ਾਨੀ ਸੀ, ਸ਼ੰਖ ਨੇ ਆਵਾਜ਼ ਨਹੀਂ ਦਿੱਤੀ। ਜਦੋਂ ਸ਼ੰਖ ਨੇ ਆਵਾਜ਼ ਨਾ ਦਿੱਤੀ, ਹੁਣ ਮਨ ਦੇ ਵਿੱਚ ਸ਼ੰਕਾ ਆਉਣਾ ਸੀ ਪੰਜੇ ਪਾਂਡਵਾਂ ਦੇ। ਯੁਧਿਸ਼ਟਰ ਚੱਕਰਵਰਤੀ ਰਾਜਾ ਯੁਧਿਸ਼ਟਰ ਨੇ ਕ੍ਰਿਸ਼ਨ ਭਗਵਾਨ ਜੀਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਤੇ ਤ੍ਰਿਕਾਲੀਓ, ਤੁਸੀਂ ਤੇ ਸਰਵਾਗੋਂ, ਕਿਰਪਾ ਕਰਕੇ ਦੱਸੋ
ਸੰਖ ਨੇ ਆਵਾਜ਼ ਨਹੀਂ ਦਿੱਤੀ, ਇੰਨੀ ਮਸ਼ੱਕਤ ਵੀ ਕੀਤੀ ਗਈ ਆ, ਮਾਇਆ ਵੀ ਖਰਚ ਹੋਈ ਆ, ਪਰ ਜੱਗ ਜਿਹੜਾ ਸੀ ਇਹ ਸੰਪੂਰਨ ਨਹੀਂ ਹੋਇਆ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਕੋਈ ਰੱਬ ਦਾ ਪਿਆਰਾ ਤੁਹਾਡੇ ਜੱਗ ਦੇ ਵਿੱਚ ਨਹੀਂ ਆਇਆ, ਕੋਈ ਮਹਾਂਪੁਰਖ ਪੂਰਾ। ਤੇ ਯੁਧਿਸ਼ਟਰ ਨੇ ਆਖਿਆ ਅਸੀਂ ਤੇ ਸਾਰੇ ਮਹਾਂਪੁਰਖਾਂ ਨੂੰ ਜਾ ਕੇ ਨਿਮੰਤਰਣ ਦੇ ਕੇ ਆਇਆ, ਕੋਈ ਆਪਣੇ ਆਪ ਨਹੀਂ ਆਇਆ ਤੇ ਸਾਡਾ ਤੇ ਕਸੂਰ ਨਹੀਂ ਹੋ ਸਕਦਾ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਜਿਹੜੇ ਪੂਰੇ ਨੇ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ, ਤੁਸੀਂ ਜਾਣਦੇ ਨਹੀਂ, ਜਿਹੜੇ ਪੂਰੇ ਨੇ ਉਹ ਵਿਖਾਵਾ ਨਹੀਂ ਕਰਦੇ, ਕਿਉਂਕਿ ਜਿਹੜੇ ਪੂਰੇ ਹੁੰਦੇ ਨੇ ਉਹ ਦੁਨੀਆ ਦੇ ਵਿੱਚ ਕਦੇ ਵੀ ਪਖੰਡ ਨਹੀਂ ਕਰਦੇ। ਪੂਰੇ ਦੀ ਨਿਸ਼ਾਨੀ ਇਹੀ ਹੁੰਦੀ ਆ, ਉਹ ਬਹੁਤਾ ਦੁਨੀਆ ਦੇ ਵਿੱਚ ਰੰਗ ਜੇ ਨਹੀਂ ਦਿਖਾਉਂਦਾ, ਪਖੰਡ ਨਹੀਂ ਕਰਦਾ। ਦੁਨੀਆ ਦੇ ਵਿੱਚ ਪਰਮੇਸ਼ਰ ਦੇ ਹੁਕਮ ਦੇ ਦੁਆਰਾ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਾ ਏ। ਪਰਮੇਸ਼ਰ ਦੇ ਹੁਕਮ ਵਿੱਚ ਰਹਿ ਕੇ ਸਾਦਾ ਜਿਹਾ ਜੀਵਨ, ਬੜੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਗੱਲਾਂ ਕੀਤੀਆਂ, ਪਰਮੇਸ਼ਰ ਦੇ ਵਿੱਚ ਇੱਕ ਮਿੱਕ ਹੋਏ, ਪਰ ਜੇ ਕਿਤੇ ਉਹਨਾਂ ਨੂੰ ਦੇਖਿਆ ਜਾਂਦਾ ਬਸ ਸਾਦਾ ਜਿਹਾ ਜੀਵਨ। ਉਹ ਦੁਨੀਆ ਦੇ ਲੋਕ ਐਵੇਂ ਉਹਨਾਂ ਨੂੰ ਆਮ ਜੇ ਬੰਦੇ ਮੰਨਦੇ ਰਹੇ, ਪਰ ਉਹਨਾਂ 'ਤੇ ਕਿਰਪਾ ਗੁਰੂ ਦੀ ਬੜੇ ਐਸੇ ਮਹਾਂਪੁਰਖ ਹੋਏ ਜਿਹੜੇ ਪੂਰੇ ਹੁੰਦੇ ਨੇ, ਉਹ ਦੁਨੀਆ ਦੇ ਵਿੱਚ ਵਿਖਾਵਾ ਨਹੀਂ ਕਰਦੇ। ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਖਾਲੀ ਘੜੇ ਖੜਕਦੇ ਹੁੰਦੇ ਨੇ, ਭਰਿਆ ਹੋਇਆ ਘੜਾ ਕਦੇ ਆਵਾਜ਼ ਨਹੀਂ ਦਿੰਦਾ, ਖਾਲੀ ਘੜਾ ਆਵਾਜ਼ ਦਿੰਦਾ ਏ। ਜਿਹੜੇ ਪੂਰੇ ਹੁੰਦੇ ਨੇ ਉਹ ਦੁਨੀਆ ਦੇ ਵਿੱਚ ਵਿਖਾਵਾ ਨਹੀਂ ਕਰਦੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਉਹ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਨੇ, ਵਿਖਾਵਾ ਨਹੀਂ ਕਰਦੇ। ਕਿ 8ਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਬਚਨ ਕੀਤਾ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਛਤਰ ਸੰਭਾਲੇ। ਇਹ ਬਚਨ ਕੀਤਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟੇ ਨਹੀਂ ਹੋਣਾ ਚਾਹੁੰਦੇ, ਉਹ ਆਨੰਦ ਦੇ ਵਿੱਚੋਂ ਆਨੰਦ ਨੂੰ ਚੱਖ ਰਹੇ ਨੇ, ਵਿਖਾਵਾ ਨਹੀਂ ਕਰਦੇ। ਪਰ ਜਿਹੜੇ ਵਿਖਾਵੇ ਵਾਲੇ ਸੀ ਉਹਨਾਂ ਨੇ 22 ਮੰਜੀਆਂ ਲਾਈਆਂ ਸੀ, 22 ਮੰਜੀਆਂ ਲਾ ਕੇ ਦਾਅਵਾ ਕਰ ਰਹੇ ਨੇ, ਮਸੰਦ ਵੀ ਰੱਖੇ ਨੇ। ਜਿੰਨੇ ਵੀ ਗੁਰੂ ਬਣੇ ਨੇ ਇਹਨਾਂ ਨੇ ਮਸੰਦ ਵੀ ਰੱਖੇ ਨੇ, ਹਰ ਇੱਕ ਮਸੰਦ ਆਪਣੇ ਗੁਰੂ ਵੱਲ ਲੈ ਕੇ ਜਾਂਦਾ। ਮੇਰਾ ਗੁਰੂ ਪੂਰਾ ਏ, ਨਹੀਂ ਇਹਦਾ ਗੁਰੂ ਅਧੂਰਾ, ਮੇਰਾ ਗੁਰੂ ਪੂਰਾ ਏ, ਇੱਕ ਵਾਰੀ ਮੇਰੇ ਗੁਰੂ ਦੇ ਦਰਸ਼ਨ ਕਰ। ਇਹ ਬਕਾਲਾ ਸਾਹਿਬ ਦੀ ਧਰਤੀ ਤੇ 22 ਮੰਜੀਆਂ ਲਾਈਆਂ ਗਈਆਂ, ਪਰ ਜਿਹੜੇ ਪੂਰੇ ਨੇ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹ ਵਿਖਾਵਾ ਨਹੀਂ ਕਰਦੇ, ਆਨੰਦ ਦੇ ਵਿੱਚ ਬੈਠੇ ਨੇ, ਪਰਮੇਸ਼ਰ ਦੀ ਯਾਦ ਵਿੱਚ ਜੁੜੇ ਨੇ ਪੂਰੇ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਜਿਹੜੇ ਪੂਰੇ ਨੇ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ। ਉਹ ਤੇ ਤਰਕਾਲੀ ਨੇ, ਤਰਕਾਲੀ ਉਹਨਾਂ ਨੂੰ ਜਾਣਦੇ ਨੇ, ਤੁਸੀਂ ਨਹੀਂ ਜਾਣਦੇ। ਬਹੁਤ ਘੱਟ ਲੋਕ ਨੇ ਜਿਹੜੇ ਉਹਨਾਂ ਨੂੰ ਜਾਣਦੇ ਨੇ, ਅਲੋਪ ਰਹਿੰਦੇ ਨੇ, ਆਪਣੀ ਮਸਤੀ ਵਿੱਚ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ, ਵਿਖਾਵਾ ਨਹੀਂ ਕਰਦੇ। ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ ਭਗਵਾਨ ਜੀ, ਉਹ ਕੌਣ ਨੇ? ਉਹਨਾਂ ਦੇ ਚਰਨਾਂ ਵਿੱਚ ਜਾ ਕੇ ਵੀ ਬੇਨਤੀ ਕਰ ਦਿੰਦੇ ਆ। ਕ੍ਰਿਸ਼ਨ ਭਗਵਾਨ ਜੀਆਂ ਨੇ ਆਖਿਆ, ਭਗਵਾਨ ਵਾਲਮੀਕ ਜੀ ਜਿਹੜੇ ਭੰਗੀ ਨੇ, ਉਹ ਭਗਵਾਨ ਵਾਲਮੀਕ ਜੀ ਉਹ ਪੂਰੇ ਨੇ, ਜਾ ਕੇ ਉਹਨਾਂ ਨੂੰ ਬੇਨਤੀ ਕਰੋ। ਜਿੰਨਾ ਚਿਰ ਉਹ ਤੁਹਾਡੇ ਜੱਗ ਦੇ ਵਿੱਚ ਉਹ ਨਹੀਂ ਆਉਂਦੇ, ਜੱਗ ਨਹੀਂ ਸੰਪੂਰਨ ਹੁੰਦਾ। ਜਾ ਕੇ ਭਗਵਾਨ ਵਾਲਮੀਕ ਜੀਆਂ ਨੂੰ ਬੇਨਤੀ ਕਰੋ। ਹੁਣ ਕ੍ਰਿਸ਼ਨ ਭਗਵਾਨ ਜੀਆਂ ਦਾ ਹੁਕਮ ਮੰਨ ਕੇ ਸਭ ਤੋਂ ਪਹਿਲਾਂ ਅਰਜੁਨ ਗਿਆ। ਹੁਣ ਅਰਜੁਨ ਨੇ ਜਾ ਕੇ ਭਗਵਾਨ ਵਾਲਮੀਕ ਜੀਆਂ ਨੂੰ ਜਾ ਕੇ ਬੇਨਤੀ ਕੀਤੀ ਕਿ ਭਗਵਾਨ ਜੀ ਕਿਰਪਾ ਕਰੋ। ਕ੍ਰਿਸ਼ਨ ਭਗਵਾਨ ਜੀਆਂ ਦੀ ਕਿਰਪਾ ਦੁਆਰਾ, ਹੁਕਮ ਦੁਆਰਾ ਆਪਣੇ ਭਲੇ ਵਾਸਤੇ ਅਸਮੇਧ ਜੱਗ ਕਰ ਰਹੇ ਹਾਂ, ਤੇ ਤੁਸੀਂ ਨਹੀਂ ਆਏ, ਸਾਡਾ ਜੱਗ ਨਹੀਂ ਸੰਪੂਰਨ ਹੋਇਆ, ਤੇ ਕਿਰਪਾ ਕਰਕੇ ਤੁਸੀਂ ਜੱਗ ਦੇ ਵਿੱਚ ਹਾਜ਼ਰ ਹੋਵੋ। ਭਗਵਾਨ ਵਾਲਮੀਕ ਜੀ ਕਹਿੰਦੇ, ਰਾਜਨ ਕੋਈ ਸੇਵਾ ਜੇ ਕੋਈ ਸੇਵਾ ਕਰਾਉਣੀ ਸੀ ਤੁਸੀਂ ਮੈਨੂੰ ਹੁਕਮ ਭੇਜ ਦਿੰਦੇ, ਮੈਂ ਆਪ ਜੀਆਂ ਦੇ ਕੋਲ ਆ ਕੇ ਸੇਵਾ ਕਰ ਦਿੰਦਾ।
ਪਰ ਤੁਸੀਂ ਜੱਗ ਦੇ ਵਿੱਚ ਆਉਣ ਦੀ ਕਿਹੜੀ ਗੱਲ ਕਰਦੇ ਹੋ? ਤੁਸੀਂ ਹੋ ਛਤਰੀ, ਅਸੀਂ ਆ ਭੰਗੀ। ਭੰਗੀ ਦਾ ਕਰਮ ਨਹੀਂ ਵੀ ਛਤਰੀਆਂ ਦੇ ਚੌਂਕੇ ਉੱਪਰ ਬੈਠ ਕੇ ਲੰਗਰ ਛਕੇ। ਤੁਸੀਂ ਕੋਈ ਸੇਵਾ ਕਰਾਉਣੀ ਆ ਤੇ ਦੱਸ ਦਿਓ, ਅਸੀਂ ਸੇਵਾ ਕਰਨ ਵਾਸਤੇ ਆ ਜਾਂਦੇ ਆ, ਪਰ ਤੁਸੀਂ ਮਖੌਲ ਨਾ ਕਰੋ। ਅਰਜਨ ਨੇ ਫੇਰ ਦੋਵੇਂ ਹੱਥ ਜੋੜੇ ਨੇ, ਦੋਵੇਂ ਹੱਥ ਜੋੜ ਕੇ ਫੇਰ ਭਗਵਾਨ ਵਾਲਮੀਕ ਜੀਆਂ ਨੂੰ ਆਖਿਆ, ਭਗਵਾਨ ਜੀ, ਕ੍ਰਿਸ਼ਨ ਭਗਵਾਨ ਜੀਆਂ ਦਾ ਹੁਕਮ ਆ ਤੇ ਕਿਰਪਾ ਕਰਕੇ ਤੁਸੀਂ ਚੱਲੋ, ਚਰਨ ਪਾਓ ਸਾਡੇ ਘਰ ਵਿੱਚ, ਮਹਿਲਾਂ ਦੇ ਵਿੱਚ, ਤੇ ਜੱਗ ਦੇ ਵਿੱਚ ਹਾਜ਼ਰੀ ਭਰੋ, ਕਿਰਪਾ ਕਰੋ। ਜਦੋਂ ਅਰਜਨ ਨੇ ਬਹੁਤਾ ਕਹਿਆ, ਭਗਵਾਨ ਵਾਲਮੀਕ ਜੀ ਕਹਿੰਦੇ, ਦੇਖੋ ਤੁਸੀਂ ਉਹ ਛਤਰੀ, ਅਸੀਂ ਭੰਗੀ। ਅਸੀਂ ਛਤਰੀਆਂ ਦੇ ਚੌਂਕੇ ਦੇ ਉੱਪਰ ਬਹਿ ਕੇ ਭੋਜਨ ਕਰਾਂਗੇ, ਸਾਨੂੰ ਦੋਖ ਲੱਗਣਾ ਏ, ਪਾਪ ਲੱਗਣਾ ਏ। ਉਹ ਪਾਪ ਦਾ ਫਲ ਇੱਕ ਅਸਮੇਧ ਜੱਗ ਦਾ ਫਲ ਹੋਵੇਗਾ, ਇੱਕ ਅਸਮੇਧ ਜੱਗ ਦਾ ਫਲ ਸਾਨੂੰ ਦੇ ਦਿਓ, ਅਸੀਂ ਚਲੇ ਜਾਂਦੇ ਹਾਂ। ਹੁਣ ਅਰਜਨ ਨੇ ਆਖਿਆ, ਇੱਕ ਤੇ ਅਸਮੇਧ ਜੱਗ ਕਰ ਰਹੇ ਹਾਂ, ਉਹ ਸੰਪੂਰਨ ਨਹੀਂ ਹੋਇਆ। ਜੇ ਕਿਤੇ ਇੱਕ ਜੱਗ ਦਾ ਫਲ ਤੁਹਾਨੂੰ ਦੇ ਦਿੱਤਾ, ਫਿਰ ਅਸੀਂ ਇੰਨੀ ਮਸ਼ੱਕਤ ਵੀ ਕਰਾਂਗੇ, ਮਾਇਆ ਵੀ ਖਰਚ ਕਰਾਂਗੇ, ਸਾਡਾ ਭਲਾ ਨਹੀਂ ਹੋਣਾ, ਇਹ ਤੇ ਨਹੀਂ ਹੋ ਸਕਦਾ। ਅਰਜਨ ਵਾਪਸ ਆਪਣੇ ਮਹਿਲਾਂ ਦੇ ਵਿੱਚ ਆਇਆ। ਯੁਧਿਸ਼ਟਰ ਨੇ ਪਹਿਲਾਂ ਅਰਜਨ ਨੂੰ ਭੇਜਿਆ, ਫਿਰ ਭੀਮ ਆਇਆ। ਭੀਮ ਨੇ ਆ ਕੇ ਵੀ ਪ੍ਰਾਰਥਨਾ ਬੇਨਤੀ ਕੀਤੀ, ਭਗਵਾਨ ਜੀ ਕਿਰਪਾ ਕਰਕੇ ਅਸਮੇਧ ਜੱਗ ਕਰ ਰਹੇ ਹਾਂ। ਹਿੰਦੁਸਤਾਨ ਦੇ ਜਿੰਨੇ ਵੀ ਰਿਸ਼ੀ ਮੁਨੀ ਨੇ, ਭਗਤ ਨੇ, ਮਹਾਂਪੁਰਖ ਨੇ, ਜੱਗ ਦੇ ਵਿੱਚ ਹਾਜ਼ਰ ਹੋ ਚੁੱਕੇ ਨੇ, ਤੇ ਤੁਸੀਂ ਕਿਰਪਾ ਕਰੋ, ਤੁਸੀਂ ਵੀ ਹਾਜ਼ਰ ਹੋ ਜਾਵੋ। ਭਗਵਾਨ ਵਾਲਮੀਕ ਜੀਆਂ ਨੇ ਭੀਮ ਨੂੰ ਵੀ ਆਖਿਆ ਕਿ ਅਸੀਂ ਛਤਰੀਆਂ ਦੇ ਚੌਂਕੇ ਉੱਪਰ ਜਦੋਂ ਭੋਜਨ ਕਰਾਂਗੇ, ਸਾਨੂੰ ਦੋਖ ਲੱਗਣਾ ਏ, ਪਾਪ ਲੱਗਣਾ ਏ। ਉਹ ਪਾਪ ਵਾਸਤੇ ਇੱਕ ਜੱਗ ਦਾ ਫਲ ਸਾਨੂੰ ਦੇ ਦਿਓ, ਅਸੀਂ ਚਲੇ ਜਾਂਦੇ ਹਾਂ। ਭੀਮ ਨੇ ਵੀ ਆਖਿਆ, ਇੱਕ ਜੱਗ ਕਰ ਰਹੇ ਹਾਂ, ਉਹਦਾ ਫਲ ਤੁਹਾਨੂੰ ਦੇ ਦਿੱਤਾ, ਸਾਨੂੰ ਕੁਝ ਨਹੀਂ ਮਿਲਣਾ। ਭੀਮ ਵੀ ਵਾਪਸ ਆ ਗਿਆ। ਅਰਜਨ ਗਿਆ, ਅਰਜਨ ਵੀ ਵਾਪਸ ਆਇਆ। ਭੀਮ ਗਿਆ, ਭੀਮ ਵੀ ਵਾਪਸ ਆਇਆ। ਨਕੁਲ ਇਹ ਵੀ ਵਾਪਸ ਆ ਗਿਆ। ਸਹਦੇਵ ਇਹ ਵੀ ਵਾਪਸ ਆ ਗਿਆ। ਜਦੋਂ ਚਾਰ ਭਰਾ ਗਏ, ਵਾਪਸ ਆਏ, ਹੁਣ ਸਭ ਤੋਂ ਵੱਡੇ ਰਾਜੇ, ਚੱਕਰਵਰਤੀ ਰਾਜੇ ਯੁਧਿਸ਼ਟਰ, ਉਹ ਹਿੰਦੁਸਤਾਨ ਦਾ ਹੋਵੇ ਰਾਜਾ, ਇੱਕ ਗਰੀਬ ਦੇ ਘਰ ਮੂਹਰੇ ਖੜਾ ਹੋਵੇ। ਅੱਜ ਕਹਿੰਦੇ ਯੁਧਿਸ਼ਟਰ ਚੱਕਰਵਰਤੀ ਰਾਜਾ ਭਗਵਾਨ ਵਾਲਮੀਕ ਜੀਆਂ ਦੇ ਘਰ ਦੇ ਅੱਗੇ ਖੜਾ ਏ। ਕਿਸੇ ਨੇ ਪੁੱਛਿਆ ਕਿ ਦੁਨੀਆ ਦੇ ਵਿੱਚ ਕੌਣ ਵੱਡਾ ਏ? ਸੂਰਮਾ ਵੱਡਾ ਏ ਜਾਂ ਰਾਜੇ ਮਹਾਰਾਜੇ ਵੱਡੇ ਨੇ ਜਾਂ ਰੱਬ ਦੇ ਪਿਆਰੇ ਵੱਡੇ ਨੇ? ਤੇ ਪੁੱਛਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਉਹ ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ। ਉਹ ਬਰਾਬਰ ਕੋਈ ਨਾ, ਬਰਾਬਰ ਕੋਈ ਨਾ, ਬਰਾਬਰ ਕੋਈ ਨਾ, ਭਗਤ ਬਰਾਬਰ ਕੋਈ ਨਾ। ਬਰਾਬਰ ਕੋਈ ਨਾ, ਭਗਤ ਬਰਾਬਰ ਕੋਈ ਨਾ। ਵਾਹਿਗੁਰੂ ਬਰਾਬਰ ਕੋਈ ਨਾ, ਬਰਾਬਰ ਕੋਈ ਨਾ। ਬਰਾਬਰ ਕੋਈ ਨਾ, ਭਗਤ ਬਰਾਬਰ ਕੋਈ ਨਾ।
भगत बराबर कोई ना, बराबर कोई ना। पंडित सूर सतर पत राजा भगत बराबर कोई ना। पंडित सूर सतर पत राजा भगत बराबर कोई ना। पंडित सूर सतर पत राजा भगत बराबर कोई ना। पंडित सूर सतर पत राजा भगत बराबर कोई ना। पंडित सूर सतर पत राजा भगत बराबर कोई ना। पंडित सूर सतर पत राजा भगत बराबर कोई ना। पंडित दुनिया का विद्वान, मारतंड विद्वान, जिहड़ा मारतंड विद्वान होया करदा ਉਹਨੂੰ पंडित आख्या जाता है। पंडित होवे दुनिया का, पंडित ते सूर सूरमा, मैदाने जंग दे विच जूझण वाला सूरमा। पंडित सूर सतरपत राजा चक्रवर्ती राजा युधिष्ठिर भगत बराबर और ना खोए। कहंदे सारियां दे नालों रब दा प्यारा भगत फकीर वड्डा है सारियां नालों। क्यों वड्डा? क्योंकि अज फकीर दे दर ते राजा चक्रवर्ती राजा युधिष्ठिर भी खड़ा है बेनतियां करन वास्ते। युधिष्ठिर चक्रवर्ती राजा सी, जाके भगवान वाल्मीकि जी नूं बेनती करदा, प्रार्थना करदा कि भगवान जी ते कृपा करो, तुसी साडे महलां दे विच चरण पाओ, असमेध जग दे विच हाज़री लवाओ। थोड़ी किरपा दे नाल साडा जिहड़ा जग संपूर्ण हो जाएगा। भगवान वाल्मीकि जी ने युधिष्ठिर नूं आखिया कि पहला भी मैं बेनती कर चुकिया कि छतरियां दे चौंके उपर बह के भोजन छकांगा, पाप लगना है, दोख लगना। वो पाप दा फल एक असमेध जग दा फल सानू दे दिओ ते चले जाने। युधिष्ठिर ने भी आख्या भी एक जग कर रहे हैं, वो भी संपूर्ण नहीं होया, ਉਹਦਾ फल थोनू दे दिता, सानू कुछ नहीं प्राप्त होना। ये चक्रवर्ती राजा सी, ये भी वापस मुड़ाया। पंजे पांडो वापस मुड़ाए। हुण पंजे पांडवां ने कृष्ण भगवान जी नूं जाके बेनती की, भगवान जी भगवान वाल्मीकि जी दे कोल जाके पंजे भरावां ने बेनतियां प्रार्थना कीतियां ने ते भगवान वाल्मीकि जी ये हुक्म करते ने कि असी छतरी, तुसी छतरी ते असी भंगी। ते भंगियां दा कर्म नहीं भी छतरियां दे चौंके च बह के छकीए, इहदा दोख लगना है। एक फल दा जग, एक जग दा फल दे दिओ, चले जाने आ। कृष्ण भगवान जी ने जदों पंजे पांडवां कोलों सुनिया तो कृष्ण भगवान जी ने हुक्म किया द्रौपदी नूं जुगती दस दती तरीका, क्योंकि कोई मिलिया होया मिला सकदा, जिन्हें और आनंद नूं चखिया होवे वो रास्ता दस सकदा है, जिन्हों कुछ मिलिया होवे वो दस सकदा भी किवें मिलदा है, जिन्हों कोई प्राप्ति होई होवे। हुण धन गुरु तेग बहादुर महाराज जियां दे दर ते अस्थानां ते बड़ियां संगतां हुंदियां ने। कोई पुੱਤ मंगदा है, पुੱਤ वालियां नूं पुੱਤ मिल जांदा है, दुੱਧ मंगदा दुੱਧ वालियां नूं दुੱਧ मिल जांदा, घर दी शांति मंगदे ने मिल जांदी आ। एक नूं पुੱਤਰ मिलदा है, वो जाके होरां नूं भी दसदे ने भी धन गुरु तेग बहादुर महाराज जी एवें बख्शिशां करदे ने, जाओ जाके बेनती करियो। निमरता दे विच बेनती कीती ते सानू पुੱਤਰ दी दात बख्शिया। कई सालां तो घर दे विच पुੱਤਰ नहीं सी मिलिया, पर धन गुरु तेग बहादुर महाराज जी ने पुੱਤਰ बख्शिया। एक घर दे विच पुੱਤਰ दी प्राप्ति होई आ ते ओह घर होर नूं भी दसेगा ते बड़े फिर सुन के आउणगे भी, क्योंकि जिन्हों मिलिया वो दसेगा भी किवें मिलिया है, तरीका जुगती दस दवेगा। हुण कृष्ण भगवान जी ने तरीका दस दिता, आप त्रिकाली ने अनुभवी ने वाहिगुरु सरवग ने। हुण कृष्ण भगवान जी ने तरीका ते जुगती दस दिती द्रौपदी नूं, द्रौपदा तू
ਭਗਵਾਨ ਵਾਲਮੀਕ ਜੀਆਂ ਦੇ ਕੋਲ ਜਾਈ। ਤੇ ਜਦੋਂ ਭਗਵਾਨ ਵਾਲਮੀਕ ਜੀ ਇਹ ਹੁਕਮ ਕਰਨਗੇ, ਬਚਨ ਕਰਨਗੇ ਕਿ ਛਤਰੀਆਂ ਦੇ ਚੌਂਕੇ ਤੇ ਜਾ ਕੇ ਭੋਜਨ ਕੀਤਾ, ਉਹਦਾ ਪਾਪ ਲੱਗੇਗਾ। ਉਹ ਪਾਪ ਦਾ ਫਲ ਪ੍ਰਾਪਤ ਕਰਨ ਵਾਸਤੇ, ਉਹਨੂੰ ਖਤਮ ਕਰਨ ਵਾਸਤੇ ਇੱਕ ਸਮੇਧ ਜੱਗ ਦਾ ਫਲ ਚਾਹੀਦਾ। ਇੱਕ ਸਮੇਧ ਜੱਗ ਦਾ ਫਲ ਸਾਨੂੰ ਦੇ ਦਿਓ, ਚਲੇ ਜਾਂਦੇ ਆ ਉਹ ਪਾਪ ਨੂੰ ਖਤਮ ਕਰਨ ਵਾਸਤੇ। ਤੇ ਜਦੋਂ ਕ੍ਰਿਸ਼ਨ ਭਗਵਾਨ ਜੀ ਇਹ ਵਚਨ ਕਰਨਗੇ, ਤੁਸੀਂ ਉਹਨਾਂ ਨੂੰ ਇਹ ਵਚਨ ਕਹਿ ਦਿਓ ਕਿ ਕਿਸੇ ਰੱਬ ਦੇ ਪਿਆਰੇ ਫਕੀਰ ਦੇ ਕੋਲ ਚੱਲ ਕੇ ਜਾਈਏ, ਰੱਬ ਦੇ ਪਿਆਰੇ ਮਹਾਂਪੁਰਖ ਦੇ ਕੋਲ ਜਾਈਏ। ਇੱਕ ਇੱਕ ਕਦਮ ਦਾ ਇੱਕ ਸਮੇਧ ਜੱਗ ਦਾ ਫਲ ਮਿਲਦਾ ਏ। ਇੱਕ ਕਦਮ ਚੱਲ ਕੇ ਜਾਈਏ, ਇੱਕ ਸਮੇਧ ਜੱਗ ਦਾ ਫਲ। 2 ਕਦਮ ਚੱਲ ਕੇ ਜਾਈਏ, 2 ਕਦਮ ਦਾ ਫਲ ਮਿਲਦਾ। ਤੇ ਤੁਸੀਂ ਕ੍ਰਿਸ਼ਨ ਭਗਵਾਨ ਵਾਲਮੀਕ ਜੀਆਂ ਨੂੰ ਬੇਨਤੀ ਕਰਿਓ ਕਿ ਜਿੰਨੇ ਕਦਮ ਆਪ ਜੀਆਂ ਦੇ ਕੋਲ ਚੱਲ ਕੇ ਆਇਆ ਤੇ ਵਾਪਸ ਜਾਣਾ ਏ, ਵਾਪਸ ਜਾਂਦੇ ਕਦਮ ਗਿਣ ਲਵਾਂਗੇ। ਇੱਕ ਅਸਮੇਧ ਜੱਗ ਦਾ ਇੱਕ ਕਦਮ ਦਾ ਫਲ ਤੁਸੀਂ ਰੱਖ ਲਿਓ, ਬਾਕੀ ਕਦਮਾਂ ਦਾ ਫਲ ਸਾਨੂੰ ਦੇ ਦਿਓ। ਹੁਣ ਜੁਗਤੀ ਦੱਸ ਦਿੱਤੀ, ਤਰੀਕਾ ਦੱਸ ਦਿੱਤਾ। ਹੁਣ ਦ੍ਰੋਪਦਾ ਗਈ ਭਗਵਾਨ ਵਾਲਮੀਕ ਜੀਆਂ ਦੇ ਕੋਲ। ਹੁਣ ਭਗਵਾਨ ਵਾਲਮੀਕ ਜੀਆਂ ਦੇ ਕੋਲ ਜਾ ਕੇ ਪ੍ਰਾਰਥਨਾ ਕੀਤੀ ਦ੍ਰੋਪਦੀ ਨੇ। ਹੁਣ ਦ੍ਰੋਪਦਾ ਦੀ ਬੇਨਤੀ ਭਗਵਾਨ ਵਾਲਮੀਕ ਜੀਆਂ ਨੇ ਸੁਣੀ। ਤਰੀਕਾ ਦੱਸਿਆ ਸੀ, ਭਗਵਾਨ ਜੀ ਆਪ ਜੀਆਂ ਦੇ ਚਰਨਾਂ ਦੇ ਵਿੱਚ ਚੱਲ ਕੇ ਆਇਆ, ਇੱਕ ਕਦਮ ਦਾ ਫਲ ਇੱਕ ਸਮੇਧ ਜੱਗ ਦਾ ਫਲ ਮਿਲਦਾ। ਇੱਕ ਕਦਮ ਦਾ ਫਲ ਰੱਖ ਲਿਓ, ਬਾਕੀ ਕਦਮਾਂ ਦਾ ਫਲ ਸਾਨੂੰ ਦੇ ਦਿਓ। ਜਦੋਂ ਭਗਵਾਨ ਵਾਲਮੀਕ ਜੀਆਂ ਨੇ ਬਚਨ ਸੁਣੇ, ਕਹਿੰਦੇ ਭਗਵਾਨ ਵਾਲਮੀਕ ਜੀ ਆਉਣ ਵਾਸਤੇ ਤਿਆਰ ਹੋ ਗਏ। ਦ੍ਰੋਪਦਾ ਦੀ ਬੇਨਤੀ ਨੂੰ, ਪ੍ਰਾਰਥਨਾ ਨੂੰ ਮੰਨ ਕੇ ਭਗਵਾਨ ਵਾਲਮੀਕ ਜੀ ਤਿਆਰ ਹੋਏ ਨੇ। ਅੱਜ ਭਗਵਾਨ ਵਾਲਮੀਕ ਜੀ ਅਸਮੇਧ ਜੱਗ ਦੇ ਵਿੱਚ ਹਾਜ਼ਰ ਹੋਏ ਨੇ। ਅਸਮੇਧ ਜੱਗ ਦੀਆਂ ਤਿਆਰੀਆਂ ਹੋਈਆਂ, ਜਿਹਦੇ ਵਿੱਚ ਲੱਖਾਂ ਮਜ਼ਦੂਰ ਕੰਮ ਕਰ ਰਹੇ ਆ, ਕਰੋੜਾਂ ਅਰਬਾਂ ਰੁਪਇਆ ਖਰਚ ਹੋਇਆ। ਤੇ ਕ੍ਰਿਸ਼ਨ ਭਗਵਾਨ ਜੀਆਂ ਦਾ ਹੁਕਮ ਮੰਨ ਕੇ ਅਸਮੇਧ ਜੱਗ ਕੀਤਾ। ਉੱਚੀ ਥਾਂ ਤੇ ਸੰਖ ਵੀ ਰੱਖਿਆ ਗਿਆ ਏ। ਅਸਮੇਧ ਜੱਗ ਦੀਆਂ ਤਿਆਰੀਆਂ ਹੋਈਆਂ ਤੇ ਭਗਵਾਨ ਵਾਲਮੀਕ ਜੀ ਵੀ ਆਏ। ਬੜੇ ਸਾਧੂ ਮਹਾਤਮਾ, ਰਿਸ਼ੀ ਮੁਨੀ, ਭਗਤ ਅਸਮੇਧ ਜੱਗ ਦੇ ਵਿੱਚ ਪਹੁੰਚੇ ਨੇ। ਭਗਵਾਨ ਵਾਲਮੀਕ ਜੀ ਵੀ ਆਏ। ਹੁਣ ਭਗਵਾਨ ਵਾਲਮੀਕ ਜੀ ਬੈਠੇ ਨੇ। ਅਸਮੇਧ ਜੱਗ ਦੀਆਂ ਤਿਆਰੀਆਂ ਹੋਈਆਂ ਤੇ ਸ਼ੁਰੂ ਕੀਤਾ ਗਿਆ। ਹੁਣ ਥਾਲੀ ਦੇ ਵਿੱਚ ਜਦੋਂ ਭਗਵਾਨ ਵਾਲਮੀਕ ਜੀਆਂ ਨੂੰ ਭੋਜਨ ਪਾਇਆ ਗਿਆ, ਕਈ ਤਰ੍ਹਾਂ ਦੇ ਪਕਵਾਨ ਤਿਆਰ ਹੋਏ ਨੇ, ਭੋਜਨ ਕਈ ਤਰ੍ਹਾਂ ਦੇ। ਉਹ ਥਾਲੀ ਦੇ ਵਿੱਚ ਭੋਜਨ ਪਾਏ ਗਏ। ਕ੍ਰਿਸ਼ਨ ਭਗਵਾਨ ਵਾਲਮੀਕ ਜੀਆਂ ਨੇ ਉਹ ਸਾਰਾ ਭੋਜਨ ਇਕੱਠਾ ਕਰ ਦਿੱਤਾ। ਜਦੋਂ ਸਾਰਾ ਭੋਜਨ ਇਕੱਠਾ ਕੀਤਾ, ਦ੍ਰੋਪਦਾ ਦੇ ਮਨ ਵਿੱਚ ਘਿਰਨਾ ਆਈ, ਜਿਹਨੂੰ ਸ਼ੰਕਾ ਕਹਿ ਦਿੰਦੇ ਆ। ਅਸੀਂ ਖਰਚ ਵੀ ਕਰ ਲੈਂਦੇ ਹਾਂ, ਬੜੇ ਜੱਗ ਵੀ ਕੀਤੇ ਜਾਂਦੇ ਨੇ, ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕਰਵਾਏ ਜਾਂਦੇ ਨੇ, ਪਰ ਕਈ ਵਾਰੀ ਮਨ ਦੇ ਵਿੱਚ ਕੋਈ ਸ਼ੰਕਾ ਲੈ ਬੈਠਦੇ ਆ, ਉਹ ਲਾਹਾ ਨਹੀਂ ਲੈ ਸਕਦੇ। ਸ਼ੰਕਾ ਨਹੀਂ ਆਉਣਾ ਚਾਹੀਦਾ, ਕਿਉਂਕਿ ਸ਼ੰਕਾ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਵਿੱਚ ਰਹਿਣ ਨਹੀਂ ਦਿੱਤਾ। ਸ਼ੰਕੇ ਤਾਂ ਖਤਮ ਕੀਤੇ ਨੇ। ਹੁਣ ਘਿਰਨਾ ਆਈ ਦ੍ਰੋਪਦਾ ਦੇ ਮਨ ਦੇ ਵਿੱਚ। ਜਦੋਂ ਦੇਖਿਆ ਭਗਵਾਨ ਵਾਲਮੀਕ ਜੀਆਂ ਦੇ ਵੱਲ, ਉਹ ਦ੍ਰੋਪਦਾ ਨੇ ਮਨ ਦੇ ਵਿੱਚ ਆਖਿਆ ਭਗਵਾਨ ਵਾਲਮੀਕ ਜੀਆਂ ਨੂੰ, ਕਹਿੰਦੇ ਇਹਨੂੰ ਤੇ ਖਾਣਾ ਵੀ ਨਹੀਂ ਆਉਂਦਾ, ਰਹਿ ਗਿਆ ਭੰਗੀ ਦਾ ਭੰਗੀ, ਇਹਨੂੰ ਤੇ ਖਾਣਾ ਵੀ ਨਹੀਂ ਆਉਂਦਾ। ਪਰ ਭਗਵਾਨ ਵਾਲਮੀਕ ਜੀ ਅੰਤਰਜਾਮੀ ਨੇ, ਦਿਲਾਂ ਦੀ ਜਾਣਦੇ ਨੇ। ਦ੍ਰੋਪਦਾ ਦੇ ਮਨ ਵਿੱਚ ਘਿਰਨਾ ਆਈ, ਪਰ ਭਗਵਾਨ ਵਾਲਮੀਕ ਜੀ ਅਸਮੇਧ ਜੱਗ ਦੇ ਵਿੱਚ ਹਾਜ਼ਰ ਹੋਏ ਨੇ। ਜਦੋਂ ਅਸਮੇਧ ਜੱਗ ਦੀ ਸਮਾਪਤੀ ਹੋਈ, ਸ਼ੰਖ ਨੇ ਆਵਾਜ਼ ਤੇ ਦਿੱਤੀ, ਪਰ ਥੋੜ੍ਹੀ ਦਿੱਤੀ, ਉਨੀ ਆਵਾਜ਼ ਨਹੀਂ ਦਿੱਤੀ, ਕਿਉਂਕਿ ਘਿਰਨਾ ਆ ਗਈ ਦ੍ਰੋਪਦਾ ਦੇ ਮਨ ਵਿੱਚ। ਜਿੱਥੋਂ ਆਪਾਂ ਨੇ ਵਿਚਾਰ ਸ਼ੁਰੂ ਕੀਤੀ ਸੀ, ਪਾਪ ਸੁਹਾਵੇ ਜਾ ਤੋ ਤਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾ ਤੋ ਜਸ ਗਾਵੇ, ਜਿਉ ਭਇਆ ਤੋ ਸਰਨੀ। ਗੁਰੂ ਦੇ ਚਰਨਾਂ ਦੇ ਵਿੱਚ
ਕਿਸੇ ਰੱਬ ਦੇ ਪਿਆਰੇ ਮਹਾਂਪੁਰਖ ਦੇ ਚਰਨਾਂ ਦੇ ਵਿੱਚ ਚੱਲ ਕੇ ਜਾਈਏ, ਇੱਕ ਕਦਮ ਦਾ ਫਲ, ਇੱਕ ਅਸਮੇਧ ਜੱਗ ਦਾ ਫਲ ਮਿਲ ਜਾਂਦਾ। ਜਿਹੜੇ ਅਸਮੇਧ ਜੱਗ ਨੂੰ ਕਰਨ ਵਾਸਤੇ ਕਰੋੜਾਂ ਅਰਬਾਂ ਰੁਪਇਆ ਖਰਚ ਆਉਂਦਾ ਸੀ। ਹਾਥੀ ਮੇਧ ਜੱਗ, ਗੈਂਡਾ ਮੇਧ ਜੱਗ, ਗਊ ਮੇਧ ਜੱਗ, ਰਾਜਸੀ ਜੱਗ, ਤਾਮਸੀ ਜੱਗ, ਸਾਤਕੀ ਜੱਗ। ਲੱਖਾਂ ਲੱਖਾਂ ਮਜ਼ਦੂਰ ਉਹਦੇ ਵਿੱਚ ਕੰਮ ਕਰਦੇ ਸੀ, ਪਰ ਤਰੀਕਾ ਬੜਾ ਸੌਖਾ ਦੱਸ ਦਿੱਤਾ ਗੁਰੂ ਨੇ। ਜੇ ਕਿਤੇ ਕਿਸੇ ਗੁਰੂ ਮਹਾਂਪੁਰਖ ਦੇ ਚਰਨਾਂ ਵਿੱਚ ਚੱਲ ਕੇ ਜਾਈਏ, ਇੱਕ ਕਦਮ ਦਾ ਫਲ, ਇੱਕ ਅਸਮੇਧ ਜੱਗ ਦਾ ਫਲ ਮਿਲ ਜਾਂਦਾ। ਆਓ ਜਿੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ, ਆਪਣੇ ਬਹੁਤ ਵੱਡੇ ਭਾਗ ਕਿ ਆਪਾਂ ਦੂਰ ਦਰਾੜਿਆਂ ਤੋਂ ਚੱਲ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆਇਆ, ਪੂਰਿਆਂ ਗੁਰਾਂ ਦੀ ਸ਼ਰਨ ਵਿੱਚ ਆਇਆ। ਇੱਕ ਇੱਕ ਕਦਮ ਦਾ ਫਲ, ਕਿੱਡੇ ਵੱਡੇ ਭਾਗ ਨੇ। ਪੂਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਅਸਥਾਨਾਂ 'ਤੇ ਚੱਲ ਕੇ ਆਇਆ। ਤੇ ਅਸਥਾਨਾਂ ਦੇ ਸੇਵਾਦਾਰ ਮਹਾਂਪੁਰਖ ਫਕੀਰ ਸੰਤ ਬਾਬਾ ਮੱਖਣ ਸਿੰਘ ਜੀ ਮਹਾਂਪੁਰਖ। ਵੇਖੋ ਗੁਰੂ ਵੀ ਪੂਰੇ ਤੇ ਜਿਹੜੇ ਸੇਵਾ ਨਿਭਾ ਰਹੇ ਨੇ ਉਹ ਵੀ ਫਕੀਰ, ਰੱਬ ਦੇ ਪਿਆਰੇ, ਆਨੰਦ ਵਿੱਚ ਰਹਿਣ ਵਾਲੇ। ਤੇ ਉਹਨਾਂ ਦੇ ਵੀ ਦਰਸ਼ਨ ਹੁੰਦੇ ਨੇ, ਜਿਹੜੇ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਸੰਗਤ ਦੇ ਸਹਿਯੋਗ ਦੇ ਨਾਲ। ਐਸੇ ਮਹਾਂਪੁਰਖ ਤੇ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦੇ ਅਸਥਾਨਾਂ 'ਤੇ ਚੱਲ ਕੇ ਆਇਆ ਤੇ ਮਹਾਂਪੁਰਖਾਂ ਦੇ ਕੋਲ ਚੱਲ ਕੇ ਆਇਆ। ਬਹੁਤ ਵੱਡੇ ਭਾਗ ਨੇ।